ਅੱਜ ਜਦੋਂ ਹੁਣ ਸਾਡੀ ਸਟੈਪ ਬਾਈ ਸਟੈਪ ਪਹਿਲਾਂ ਉਹਨਾਂ ਨੇ ਸਾਡੇ ਗਿੱਟੇ ਫੜੇ, ਫਿਰ ਲੱਤਾਂ ਫੜੀਆਂ, ਫਿਰ ਲੱਕ ਨੂੰ ਹੱਥ ਪਾਇਆ, ਹੁਣ ਤਾਂ ਸਾਡੀ ਸੰਗੀ ਨੂੰ ਧੌਣ ਨੂੰ ਹੱਥ ਪਾਇਆ ਜੀ। ਤੇ ਪਰ ਜੇ ਹਜੇ ਵੀ ਨਹੀਂ ਅਸੀਂ ਉੱਠਾਂਗੇ ਤਾਂ ਫਿਰ ਤਾਂ ਇਸ ਤੋਂ ਬਾਅਦ ਉੱਠਣ ਦਾ ਮੌਕਾ ਵੀ ਸ਼ਾਇਦ ਨਾ ਦੇਣੇ ਆਪਾਂ, ਕਿਉਂਕਿ ਹੁਣ ਤੱਕ ਇੱਕ ਵੀ ਗੱਲ ਦੇ ਉੱਤੇ ਮੋਦੀ ਨੇ ਮਤਲਬ ਕੋਈ ਗੱਲ ਖਰੀ ਕੀਤੀ ਆ ਤਾਂ ਦੱਸੋ। ਅਸੀਂ ਤਾਂ ਜ਼ਮੀਨਾਂ ਦੇ ਉਂਗਲਾਂ ਪਿੱਛੇ ਟੋਟਿਆਂ ਪਿੱਛੇ ਆਪਦੇ ਭਾਈ ਦਾ ਗੱਲ ਵੜ ਦਿੰਦੇ ਜੀ, ਤੇ ਮੋਦੀ ਕੀ ਸੋਚਦਾ ਵੀ ਅਸੀਂ ਮੋਦੀ ਨੂੰ ਖੇਤਾਂ 'ਚ ਵੜਨ ਦਿੰਦੇ ਹਾਂ? ਇਹ ਕਦੇ ਵੀ ਨਹੀਂ ਹੋ ਸਕਦਾ। ਤੁਸੀਂ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਕਿਸਾਨ ਦੀ ਭਲਾਈ ਦੀ ਗੱਲ ਵੀ ਆ ਉਹ ਕਿਸਾਨ ਤਾਂ ਸੜਕ ਤੇ ਆ, ਇਹ ਕਹਿੰਦੇ ਭਲਾਈ ਅਸੀਂ ਕਰ ਰਹੇ ਹਾਂ। ਸਾਡੇ ਦੇਸ਼ ਵਿੱਚ ਕਦੇ ਗੰਡਾ 5 ਰੁਪਏ ਕਿਲੋ, ਕਦੇ ਗੰਡਾ 80 ਰੁਪਏ ਕਿਲੋ, ਕਦੇ ਤੁਹਾਡਾ ਆਲੂ 5 ਰੁਪਏ ਕਿਲੋ, ਕਦੇ ਤੁਹਾਡਾ ਆਲੂ 80 ਰੁਪਏ ਕਿਲੋ, ਕਦੇ ਤੁਹਾਡਾ ਮਟਰ 5 ਰੁਪਏ ਕਿਲੋ ਤੇ ਕਦੇ ਮਟਰ ਤੁਹਾਡਾ 100 ਰੁਪਏ ਕਿਲੋ। ਕੀ ਗੱਲ ਬਈ? ਪੰਜਾਬ ਦੀ ਖੁਸ਼ਹਾਲੀ ਤੋਂ ਇਹ ਚਿੜਦੇ ਨੇ। ਇੱਥੇ 50-60 ਹਜ਼ਾਰ ਦਾ, ਲੱਖ ਦਾ, 2-4 ਲੱਖ ਦਾ ਇੱਥੇ ਇਕੱਠ ਹੋਊਗਾ, ਮੋਦੀ ਦੀਆਂ ਗੋਡੀਆਂ ਲੱਗ ਜਾਣਗੀਆਂ। 25 ਸਾਲ ਰਾਜ ਕਰਨ ਵਾਲੀ ਪਾਰਟੀ ਤੋਂ ਬਾਅਦ ਕਿਸਾਨ ਫਿਰ ਸੜਕਾਂ ਤੇ ਖੜਾ ਹੋਵੇ, ਫਿੱਟੇ ਮੂੰਹ ਤੁਹਾਡੇ। ਮੋਟੇ ਕਾਂਗਰਸ ਦੇ ਵਿੱਚ ਹੁਣ ਰਾਹੁਲ ਗਾਂਧੀ ਜੀ ਦਾ ਪੰਜਾਬ ਆਉਣ ਦਾ ਕੀ ਮਤਲਬ ਹੈ? ਜੇ ਰਾਹੁਲ ਗਾਂਧੀ ਜੀ ਉੱਥੇ ਕਿਉਂ ਨਹੀਂ ਜਾਂਦੇ, ਮੋਦੀ ਦੇ ਘਰ ਅੱਗੇ ਧਰਨਾ ਕਿਉਂ ਨਹੀਂ ਲਾਉਂਦੇ? ਕੈਪਟਨ ਤੇ ਬਾਦਲ ਦੋਨੋਂ ਡਾਂਗ ਲੈ ਕੇ ਆਉਣ, ਇੱਥੇ ਸ਼ੰਭੂ ਬਾਰਡਰ ਤੇ ਖੜਨ, ਆਓ ਵੀ ਸਾਰਾ ਪੰਜਾਬ ਮੇਰੇ ਨਾਲ ਖੜੋ, ਸਾਰਾ ਹਰਿਆਣਾ ਮੇਰੇ ਨਾਲ ਖੜੋ, ਆਪਾਂ ਨਹੀਂ ਬਿੱਲ ਪਾਸ ਹੋਣ ਦਿੰਦੇ। ਦੂਜੇ ਦਿਨ ਮਾਹੌਲ ਬਦਲ ਜੂ ਪੰਜਾਬ ਦਾ, ਹਰਿਆਣੇ ਦਾ। ਪਰ ਇਹਨਾਂ ਦੀਆਂ ਨੀਤਾਂ ਨਹੀਂ ਸਾਫ਼। ਇੱਕ ਅਸੀਂ 5 ਸਾਲੀ ਨੌਕਰ ਰੱਖਦੇ ਹਾਂ ਜੀ, ਉਹ ਕੰਮ ਨਹੀਂ ਕਰਦਾ, ਲੱਤ ਮਾਰ ਕੇ ਕੱਢੋ, ਨਵਾਂ ਰੱਖ ਲਓ। ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ 3 ਆਰਡੀਨੈਂਸ ਕਾਲੇ ਕਾਨੂੰਨ, ਜਿਨ੍ਹਾਂ ਦਾ ਕਿਸਾਨ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਨੇ ਤੇ ਵੱਡੇ ਵੱਡੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ। ਅੱਜ ਸਾਡੇ ਨਾਲ ਨੇ ਡਾਕਟਰ ਸਾਹਿਬ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਡਾਕਟਰ ਸਾਹਿਬ, ਕੀ ਨਾਮ ਹੈ ਜੀ ਪ੍ਰੋਪਰ? ਮੇਰਾ ਨਾਮ ਹੈ ਜੀ ਡਾਕਟਰ ਪ੍ਰੇਮਪਾਲ ਸਿੰਘ ਢਿੱਲੋਂ, ਮੈਂ ਡੈਂਟਲ ਸਰਜਨ ਹਾਂ ਜੀ। ਤੁਸੀਂ ਇੱਥੇ ਪਹੁੰਚੇ ਹੋ ਪ੍ਰਦਰਸ਼ਨ 'ਚ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਕਾਨੂੰਨ ਹੈ? ਬੇਸਿਕਲੀ ਮੈਂ ਕਿਸਾਨ ਵੀ ਹਾਂ ਜੀ, ਐਗਰੀਕਲਚਰਿਸਟ ਵੀ ਹਾਂ, ਤੇ ਮੇਰੇ ਦਿਲ ਨੂੰ ਲੱਗੀ ਸੀ ਗੱਲ ਕਿ ਵੀ ਇਹ ਮੈਨੂੰ ਵੀ ਜਾਣਾ ਚਾਹੀਦਾ। ਜੇ ਅਸੀਂ ਲੋਕ ਵੀ ਹਿੱਸਾ ਲਵਾਂਗੇ ਤਾਂ ਹੋਰ, ਕਿਉਂਕਿ ਸਮਾਜ ਦੇ ਹਰ ਹਿੱਸੇ ਨੂੰ ਇਹ ਚੀਜ਼ ਇਫੈਕਟ ਕਰ ਰਹੀ ਹੈ, ਹਰ ਵਰਗ ਨੂੰ ਇਫੈਕਟ ਕਰ ਰਹੀ ਹੈ। ਇਸ ਕਰਕੇ ਹਰ ਇੱਕ ਨੂੰ ਦੱਬ ਕੇ ਹਿੱਸਾ ਲੈਣਾ ਚਾਹੀਦਾ। ਜਿਹੜੀ ਵੀ ਗਵਰਨਮੈਂਟ ਦੀ ਲੋਕਾਂ ਦੇ ਹਿੱਤਾਂ ਦੇ ਅਗੇਂਸਟ ਕੋਈ ਗੱਲ ਹੁੰਦੀ ਆ, ਉਹਦੇ ਅਗੇਂਸਟ ਹਰ ਇੱਕ ਨੂੰ ਹਿੱਸਾ ਲੈਣਾ ਚਾਹੀਦਾ। ਇਹੀ ਤਰੀਕਾ ਹੁੰਦਾ ਲੋਕਾਂ ਦਾ ਪ੍ਰਦਰਸ਼ਨ ਕਰਕੇ ਤੇ ਉਸ ਚੀਜ਼ ਨੂੰ ਦੱਸਣਾ ਕਿ ਬਈ ਸਾਨੂੰ ਮਨਜ਼ੂਰ ਨਹੀਂ ਹੈ। ਤੇ ਜੇ ਕਿਸੇ ਸਮਾਜ ਦੇ ਕਿਸੇ ਇੱਕ ਵਰਗ ਨਾਲ ਵੀ ਧੱਕਾ ਹੋ ਰਿਹਾ ਤਾਂ ਆਪਾਂ ਨੂੰ ਚਾਹੀਦਾ ਕਿ ਉਸ ਵਰਗ ਦਾ ਰਲ ਮਿਲ ਕੇ ਸਾਰੇ ਜਾਣੇ ਸਾਥ ਦਈਏ, ਤਾਂ ਕਿ ਕਿਸੇ ਨਾਲ ਧੱਕਾ ਨਾ ਹੋਵੇ। ਇਹੀ ਤਾਂ ਲੋਕ ਰਾਏ ਹੁੰਦੀ ਹੈ ਜੀ। ਕਿਸ ਤਰ੍ਹਾਂ ਦੇਖਦੇ ਹੋ? ਸੰਘਰਸ਼ ਬੜੇ ਲੰਮੇ ਸਮੇਂ ਤੋਂ ਹੋ ਰਹੇ ਨੇ, ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ। ਦੇਖੋ ਜੀ, ਮੋਦੀ ਸਰਕਾਰ ਦਾ ਪਹਿਲਾਂ ਵੀ ਆਈਡੀਅਲ ਵਤੀਰਾ ਰਿਹਾ ਟੋਟਲ ਇਹਦੇ ਬਾਰੇ। ਮੋਦੀ ਸਰਕਾਰ ਨੇ ਪਹਿਲਾਂ ਵੀ ਜਿਹੜੇ ਆਰਡੀਨੈਂਸ ਪਾਸ ਕੀਤੇ, ਕਈ ਚੀਜ਼ਾਂ ਪਾਸ ਕੀਤੀਆਂ ਨੇ, ਉਹ ਧੱਕੇ ਨਾਲ ਕੀਤੀਆਂ ਗਈਆਂ ਨੇ। ਇਹਨਾਂ ਦੇ ਦਿਮਾਗ ਦੇ ਵਿੱਚ ਦੂਸਰੀ ਵਾਰ ਜਿੱਤਣ ਤੋਂ ਬਾਅਦ ਇੱਕ ਤਰੀਕੇ ਦਾ ਹੰਕਾਰ ਆ ਗਿਆ। ਇਹਨਾਂ ਨੂੰ ਲੱਗਦਾ ਕਿ ਸਾਨੂੰ ਰੋਕਣ ਵਾਲਾ ਕੋਈ ਨਹੀਂ, ਸਾਨੂੰ ਟੋਕਣ ਵਾਲਾ ਕੋਈ ਨਹੀਂ, ਅਸੀਂ ਸਭ ਕੁਝ ਆਪਣੇ ਤਰੀਕੇ ਨਾਲ ਕਰ ਲਾਂਗੇ। ਤੇ ਤੁਸੀਂ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਕਿਸਾਨ ਦੀ ਭਲਾਈ ਦੀ ਗੱਲ ਵੀ ਆ, ਉਹ ਕਿਸਾਨ ਤਾਂ ਸੜਕ ਤੇ ਆ, ਇਹ ਕਹਿੰਦੇ ਭਲਾਈ ਅਸੀਂ ਕਰ ਰਹੇ ਹਾਂ। ਇਹ ਕਦੇ ਹੋਇਆ ਕਿ ਜਿਹਦੀ ਭਲਾਈ ਹੋ ਰਹੀ ਆ ਉਹ ਕਵੇ ਕਿ ਵੀ ਮੈਂ ਇਹਦੇ ਅਗੇਂਸਟ ਆ ਤੇ ਤੁਸੀਂ ਸਾਡੀ ਭਲਾਈ ਕਰੋ? ਸੋ ਇਹ ਜਿਹੜਾ ਇਹ ਕਾਨੂੰਨ ਨੇ, ਤਿੰਨੇ ਕਾਨੂੰਨ ਆ, ਇਹ ਸਿਰਫ ਤੇ ਸਿਰਫ 2 ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਸਕੀਮ ਆ। ਉਹਦੇ ਪਿੱਛੇ ਨੀਅਤ ਤੇ ਨੀਤੀ ਬੜੀ ਕਲੀਅਰ ਆ। ਇਹਦੇ ਪਿੱਛੇ ਜਿਹੜੀ ਇਹਦੀ ਪੁਸ਼ਟ ਭੂਮੀ ਆ ਉਹ ਕਾਫੀ ਦੇਰ ਪਹਿਲਾਂ ਬਣਾਈ ਜਾ ਚੁੱਕੀ ਸੀ। 2013 ਦੇ ਵਿੱਚ ਤੋਂ ਸਟਾਰਟ ਹੋ ਗਿਆ ਸੀਗਾ ਅਡਾਨੀਆਂ ਦਾ ਪੰਜਾਬ ਦੇ ਵਿੱਚ ਆਉਣਾ। ਪੰਜਾਬ ਦੇ ਵਿੱਚ ਅਡਾਨੀਆਂ ਦੇ ਸਾਈਲੋਸ ਬਣਨੇ ਸਟਾਰਟ ਹੋ ਗਏ ਸੀਗੇ, ਉਹਨਾਂ ਦੀ ਤਿਆਰੀ ਹੋ ਚੁੱਕੀ ਸੀ। ਇਹ ਬਹੁਤ ਦੇਰ ਤੋਂ ਪਹਿਲਾਂ ਪਲਾਨ ਸੀਗਾ। ਇਹ ਹੌਲੀ ਹੌਲੀ ਇਹਨਾਂ ਨੇ ਕਰਦੇ ਜਾਣਾ ਸੀ ਇਸ ਰਾਜਨੀਤਿਕ ਕਲਾਸ ਨੇ। ਇਹ ਤਾਂ ਹੌਲੀ ਹੁਣ ਇਹਨਾਂ ਨੇ ਆਦਾ ਕਰੋਨਾ ਦੇ ਟਾਈਮ ਦਾ, ਜਦੋਂ ਮਹਾਮਾਰੀ ਦੇ ਟਾਈਮ ਦੇ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋਇਆ, ਲੋਕ ਪ੍ਰਦਰਸ਼ਨ ਤੇ ਨਹੀਂ ਆਉਣਗੇ, ਉਸ ਚੀਜ਼ ਦਾ ਫਾਇਦਾ ਉਠਾਉਣ ਲਈ ਇਹਨਾਂ ਨੇ ਕਿਹਾ ਵੀ ਕਾਹਲੀ ਨਾਲੇ ਬਿੱਲ ਪਾਸ ਕਰਾ ਲਓ। ਕੋਈ ਡਿਸਕਸ਼ਨਸ ਨਹੀਂ ਹੋਏ, ਕੁਝ ਨਹੀਂ ਹੋਇਆ। ਰਾਜ ਸਭਾ ਵਿੱਚ ਤੁਸੀਂ ਦੇਖਦੇ ਹੋ ਕਿ ਰਾਜ ਸਭਾ ਦੇ ਵਿੱਚ ਬਿੱਲ ਕਿੱਦਾਂ ਪਾਸ ਕੀਤੇ ਗਿਆ। ਰਾਜ ਸਭਾ ਦੇ ਵਿੱਚ ਬਿੱਲ ਕਹਿੰਦੇ ਅਸੀਂ ਧਵਨੀ ਮਤ ਨਾਲ ਬਿੱਲ ਪਾਸ ਕੀਤਾ ਗਿਆ। ਕਾਹਦੀ ਧਵਨੀ, ਕਾਹਦਾ ਮਤ? ਜਦੋਂ ਕੋਈ ਇੱਕ ਵੀ ਬੰਦਾ ਰਾਜ ਸਭਾ ਦੇ ਵਿੱਚ ਕਹਿੰਦਾ ਕਿ ਅਸੀਂ ਬਿੱਲ ਦੇ ਉੱਪਰ ਵੋਟਿੰਗ ਕਰਾਉਣਾ ਚਾਹੁੰਦੇ ਹਾਂ, ਤੁਸੀਂ ਵੋਟਿੰਗ ਕਿਉਂ ਨਹੀਂ ਕਰਾਉਣਾ? ਇਹਦਾ ਮਤਲਬ ਤੁਹਾਡੀ ਮਨਸ਼ਾ ਪਹਿਲਾਂ ਤੋਂ ਕਲੀਅਰ ਨਹੀਂ ਸੀਗੀ, ਨਾ ਲੋਕ ਸਭਾ ਵਿੱਚ ਕਲੀਅਰ ਕੀਤਾ ਗਿਆ। ਇਹਦੇ ਵਿੱਚ ਕਿਸੇ ਵੀ ਜਿੰਨੀਆਂ ਵੀ ਰੂਲਿੰਗ ਪਾਰਟੀਆਂ, ਮੈਂ ਕਿਸੇ ਦਾ ਵੀ ਵਤੀਰਾ ਬਾਹਲਾ ਵਧੀਆ ਨਹੀਂ ਗਿਣਦਾ, ਕਿਉਂਕਿ ਸਾਰੀਆਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿੱਸਾ ਸੀ। ਉਸ ਕਰਕੇ ਇਹ ਜਿਹੜੇ ਬਿੱਲ ਪਾਸ ਕੀਤੇ ਗਏ, ਉਹਦੇ ਵਿੱਚ ਪਹਿਲਾ ਸਭ ਤੋਂ ਵੱਡਾ ਜਿਹੜਾ ਬਿੱਲ ਪਾਸ ਕੀਤਾ ਗਿਆ ਸੀਗਾ ਕਿ ਕਿੰਨਾ ਵੀ ਤੁਸੀਂ ਜਿਹੜੇ ਐਸੈਂਸ਼ੀਅਲ ਕਮੋਡਿਟੀ ਵਾਲਾ ਬਿੱਲ ਪਾਸ ਕੀਤਾ ਗਿਆ ਸੀ ਕਿ ਕੋਈ ਕਿੰਨਾ ਮਰਜ਼ੀ ਸਟੋਰ ਕਰ ਲੇ। ਸਾਡੇ ਦੇਸ਼ ਵਿੱਚ ਕਦੇ ਗੰਡਾ 5 ਰੁਪਏ ਕਿਲੋ, ਕਦੇ ਗੰਡਾ 80 ਰੁਪਏ ਕਿਲੋ, ਕਦੇ ਤੁਹਾਡਾ ਆਲੂ 5 ਰੁਪਏ ਕਿਲੋ, ਕਦੇ ਤੁਹਾਡਾ
ਦੱਸ ਦੂ 80 ਰੁਪਏ ਕਿਲੋ, ਕਦੇ ਤੁਹਾਡਾ ਮਟਰ 5 ਰੁਪਏ ਕਿਲੋ ਤੇ ਕਦੇ ਮਟਰ ਤੁਹਾਡਾ 100 ਰੁਪਏ ਕਿਲੋ। ਕੀ ਗੱਲ ਬਈ? ਪੂਰੀ ਦੁਨੀਆ ਦੇ ਸਾਰੇ ਦੇਸ਼ਾਂ 'ਚ ਜਾ ਕੇ ਦੇਖ ਲਓ, ਅਸੈਂਸ਼ੀਅਲ ਕਮੋਡਿਟੀ ਦੀਆਂ ਪ੍ਰਾਈਸ ਜਿਹੜੀਆਂ ਨੇ ਉਹ ਤਕਰੀਬਨ ਇੱਕ ਲੈਵਲ ਤੇ ਰਹਿੰਦੀਆਂ ਨੇ ਤੇ ਜਾਂ ਥੋੜਾ ਬਹੁਤਾ ਵੇਰੀ ਕਰਦੀਆਂ ਨੇ। ਸਾਡੇ ਕਿਉਂ ਨਹੀਂ ਹੋ ਰਿਹਾ? ਕਿ ਜੇ ਇਹਨਾਂ ਨੇ ਕਿਸਾਨਾਂ ਦੀ ਭਲਾਈ ਕਰਨੀ ਸੀ ਤਾਂ ਇਹ ਸਟੋਰੇਜ ਦੀਆਂ ਸਕੀਮਾਂ ਕਿਉਂ ਨਹੀਂ ਬਣਾਉਂਦੇ? ਫੂਡ ਪ੍ਰੀਜ਼ਰਵੇਸ਼ਨ ਦੀ ਇੰਡਸਟਰੀਆਂ ਕਿਉਂ ਨਹੀਂ ਲਾਉਂਦੇ ਪੰਜਾਬ ਦੇ ਵਿੱਚ? ਫੂਡ ਨੂੰ ਸਟੋਰ ਕਰਨ ਦੀਆਂ ਕਿਉਂ ਨਹੀਂ ਲਾਉਂਦੇ? ਕਿਉਂਕਿ ਮਨਸ਼ਾ ਤਾਂ ਕੋਈ ਹੈ ਹੀ ਨਹੀਂ, ਕੰਮ ਤਾਂ ਕੋਈ ਕਰਨਾ ਨਹੀਂ, ਸੱਤਾ ਤੇ ਰਹਿਣਾ, ਸੱਤਾ ਦੇ ਨਸ਼ੇ 'ਚ ਰਹਿਣਾ ਤੇ ਸੱਤਾ ਇੰਜੋਏ ਕਰਨੀ ਆ, ਇਹੀ ਤਾਂ ਕੰਮ ਆ। ਸੋ ਇਹ ਇਹਨਾਂ ਦਾ ਕੋਈ ਕਿਸਾਨਾਂ ਦੀ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਇਹ ਕਿਸਾਨਾਂ ਨੂੰ ਮਾਰਨ ਵਾਲੀ ਸੀ। ਕੁਛ ਹੱਦ ਤੱਕ ਇਹ ਸਮਝ ਚੁੱਕੇ ਨੇ ਕਿ ਜਿਹੜੇ ਕਿਸਾਨ ਨੇ ਜਾਂ ਹੇਠਲੇ ਵਰਗ ਨੇ ਸੰਗਠਿਤ ਨਹੀਂ ਹੋ ਪਾ ਰਹੇ ਚੰਗੀ ਤਰ੍ਹਾਂ, ਇਹ ਸੰਗਠਿਤ ਨਹੀਂ ਹੋ ਪਾ ਰਹੇ, ਇਹਨਾਂ ਚੀਜ਼ਾਂ ਦਾ ਇਹ ਫਾਇਦਾ ਉਠਾਉਂਦੇ ਨੇ। ਸੋ ਮੇਰੀ ਕਿਸਾਨ ਭਰਾਵਾਂ ਨੂੰ ਵੀ ਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਇਹੀ ਅਪੀਲ ਆ, ਸੰਗਠਿਤ ਹੋ, ਸੰਗਠਿਤ ਹੋਣ ਨਾਲ ਹੀ ਸਾਰਾ ਕੁਝ ਹੋਣਾ। ਤੇ ਜਿਹੜੇ ਸਮਾਜ ਦੇ ਵਰਗ, ਮੇਰੇ ਵਰਗੇ ਡਾਕਟਰ ਜਾਂ ਜਿਹੜੇ ਘਰਾਂ 'ਚ ਬੈਠੇ ਨੇ, ਉਹ ਵੀ ਕਿਸਾਨਾਂ ਦਾ ਸਾਥ ਦੇਣ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਇਹ ਚੀਜ਼ਾਂ ਇਫੈਕਟ ਕਰਨਗੀਆਂ। ਜੇ ਕਿਸਾਨ ਕੋਈ ਕਮਾਈ ਨਹੀਂ ਕਰੂਗਾ ਤਾਂ ਕਿਵੇਂ ਹੋਊਗਾ? ਹੁਣ ਇਹ ਕਹਿੰਦੇ ਨੇ ਦੇਸ਼ ਦੇ ਵਿੱਚ ਆਪਣੇ ਕੋਲੇ ਆਪਣਾ ਤਕਰੀਬਨ ਹਰਿਆਣਾ, ਪੰਜਾਬ ਤੇ ਯੂਪੀ ਦਾ ਕੁਝ ਪਾਰਟ ਆ ਜਿਹਦੇ ਵਿੱਚ ਜਾ ਕੇ ਐਗਰੀਰੀਅਨ ਸਟੇਟ ਆ, ਜਿੱਥੇ ਜਾ ਕੇ MSP ਦੀ ਸਪੋਰਟ ਆ ਤੇ FCI ਖਰੀਦਦੀ ਆ ਕਣਕ ਤੇ ਝੋਨੇ ਨੂੰ। ਪੂਰੇ ਦੇਸ਼ ਦੇ ਵਿੱਚ 94% ਜਿਹੜਾ ਹਿੱਸਾ ਦੇਸ਼ ਦਾ ਹੈਗਾ ਉਹਦੇ ਵਿੱਚ ਇਦਾਂ ਦੀ ਕੋਈ ਸਪੋਰਟ ਨਹੀਂ। ਜੇ ਇਹਨੂੰ ਹਟਾ ਕੇ ਹੀ ਸਾਰਾ ਕੁਝ ਸਹੀ ਹੁੰਦਾ ਤਾਂ ਅੱਜ ਬਿਹਾਰ ਦਾ 5 ਕਿੱਲੇ 10 ਕਿੱਲੇ ਵਾਲਾ ਬੰਦਾ ਜਿਹੜਾ ਕਿਸਾਨ ਆ ਉਹ ਪੰਜਾਬ 'ਚ ਆ ਕੇ ਉਹ ਕਿਉਂ ਕਰ ਰਿਹਾ? ਖੇਤੀ ਆਪਣਾ ਪੱਲੇਦਾਰੀ ਕਿਉਂ ਕਰ ਰਿਹਾ? ਦਿਹਾੜੀ ਕਿਉਂ ਕਰ ਰਿਹਾ? ਉਹ ਇਸੇ ਕਰਕੇ ਕਰ ਰਿਹਾ, ਉਹਦੇ ਪੱਲੇ ਕੁਝ ਨਹੀਂ ਰਿਹਾ। ਅਸੀਂ ਜੀਰੀ ਨੂੰ ਕਿੱਥੇ ਲੈ ਕੇ ਜਾਵਾਂਗੇ? ਜੀਰੀ ਨੂੰ ਇੱਕ ਦਿਨ ਵੀ ਅੰਦਰ ਰੱਖ ਲਈਏ ਆਪਾਂ, ਸਾਂਭ ਲਈਏ ਤੇ ਦੂਜੇ ਦਿਨ ਉਹਦਾ ਭਾਰ ਘਟ ਜਾਂਦਾ, ਸੁੱਕ ਜਾਂਦੀ ਹੈ ਜੀਰੀ। ਕਿਸਾਨ ਦਾ ਹੁੰਦਾ ਕਿ ਫਟਾਫਟ ਮੰਡੀ ਨਹੀਂ, ਕੌਣ ਇਹਨੂੰ ਸਟੋਰ ਕਰ ਸਕਦਾ? ਹੁਣ ਇਹਦੀ ਬਾਜ਼ ਆਖੋ ਨਾ ਕਾਰਪੋਰੇਟਾਂ ਦੀ ਇਸ ਗੱਲ ਤੇ ਪੈ ਗਈ ਕਿ ਅਸੀਂ ਖਰੀਦ ਕੇ ਆਪਣੀ ਮਰਜ਼ੀ ਨਾਲ ਖਰੀਦਾਂਗੇ, ਮਰਜ਼ੀ ਨਾਲ ਖਰੀਦ ਕੇ ਕਮੋਡਿਟੀ, ਅਸੈਂਸ਼ੀਅਲ ਕਮੋਡਿਟੀ ਦਾ ਲਾਅ ਆ ਗਿਆ, ਅਸੀਂ ਜਿੰਨੀ ਮਰਜ਼ੀ ਸਟੋਰ ਕਰ ਦਾਂਗੇ, ਮੁੜ ਕੇ ਆਪਣੀ ਮਰਜ਼ੀ ਨਾਲ ਵੇਚਾਂਗੇ। ਜੋ ਇਹ ਗੰਢਿਆਂ ਨਾਲ ਕਰਦੇ, ਜੋ ਪਿਆਜ਼ ਨਾਲ ਕਰਦੇ ਤੇ ਜੋ ਆਲੂਆਂ ਨਾਲ ਕਰਦੇ ਤੇ ਜੋ ਹੋਰ ਚੀਜ਼ਾਂ ਨਾਲ ਕਰਦੇ ਆ, ਉਹੀ ਕੋਈ ਸਾਡੀ ਕਣਕ ਝੋਨੇ ਦੇ ਨਾਲ ਕਰਨਗੇ। ਇਹਦੇ 'ਚ ਕੰਜ਼ਿਊਮਰ ਵੀ ਮਾਰਿਆ ਜਾਊਗਾ, ਕਿਸਾਨ ਵੀ ਮਾਰਿਆ ਜਾਊਗਾ। ਤੇ ਉਸ ਤੋਂ ਬਾਅਦ ਜਦੋਂ ਕਿਸਾਨ 'ਚ ਜਾਨ ਨਹੀਂ ਰਹੂਗੀ, ਜਦੋਂ ਉਹ ਆਪਣਾ ਪਰਿਵਾਰ ਨੂੰ ਪਾਲ ਨਹੀਂ ਸਕੂਗਾ, ਉਦੋਂ ਕੀ ਇਹਨਾਂ ਸਰਕਾਰਾਂ ਦਾ ਕੋਈ ਮੁਕਾਬਲਾ ਕਰੂਗਾ? ਪੰਜਾਬ ਦੀ ਖੁਸ਼ਹਾਲੀ ਤੋਂ ਇਹ ਚਿੜਦੇ ਨੇ, ਇਹ ਨਾਰਥ ਸਾਈਡ ਦੀ ਖੁਸ਼ਹਾਲੀ ਤੋਂ ਚਿੜਦੇ ਨੇ, ਉਸ ਚੀਜ਼ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਥੱਲੇ ਲਾਉਣਾ ਚਾਹੁੰਦੇ ਨੇ। ਇਹ ਇਹਨਾਂ ਦਾ ਪੂਰਾ ਹੈ। ਮੋਦੀ ਗਵਰਨਮੈਂਟ ਸ਼ੁਰੂ ਤੋਂ ਆਈ ਆ ਤਕਰੀਬਨ ਇਹੋ ਜਿਹੇ ਕਾਨੂੰਨ ਹੀ ਪਾਸ ਕਰਦੀ ਜਾ ਰਹੀ ਆ ਜਿਹਦੇ ਨਾਲ ਕਿਸੇ ਨਾ ਕਿਸੇ ਵਰਗ ਨਾਲ ਧੱਕਾ ਹੋ ਰਿਹਾ। ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਵਰਗ ਨਾਲ ਧੱਕਾ ਹੁੰਦਾ, 5 ਵਰਗ ਚੁੱਪ ਕਰਕੇ ਘਰੇ ਬੈਠੇ ਰਹਿੰਦੇ ਆ, ਉਹ ਧਿਆਨ ਨਹੀਂ ਦਿੰਦੇ, ਚਲ ਉਹਦੇ ਨਾਲ ਹੋ ਰਿਹਾ, ਮੇਰੇ ਨਾਲ ਕੀ ਹੋ ਰਿਹਾ? ਕਿਸੇ ਮਾਈਨੋਰਿਟੀ ਨਾਲ ਹੋ ਗਿਆ, ਕਿਸੇ ਨਾਲ ਧੱਕਾ ਹੋ ਗਿਆ। ਜਦੋਂ ਅਸੀਂ ਕਿਸੇ ਦਾ ਸਾਥ ਨਹੀਂ ਦੇਵਾਂਗੇ ਤਾਂ ਕੋਈ ਸਾਡਾ ਸਾਥ ਕਿਉਂ ਦਊਗਾ? ਠੀਕ ਹੈ ਨਾ? ਸੋ ਇਹ ਚੀਜ਼ਾਂ ਨੂੰ ਕਿਸਾਨਾਂ ਨੂੰ, ਸਾਰਿਆਂ ਲੋਕਾਂ ਨੂੰ, ਜਿਹੜੇ ਆਮ ਜਨ ਸਧਾਰਨ ਆ, ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਥੋੜੇ ਜੇ ਕੋਈ 20-25 ਹਜ਼ਾਰ ਲੋਕ ਸਾਨੂੰ ਬੇਵਕੂਫ ਬਣਾਈ ਜਾਂਦੇ ਨੇ ਸਾਲਾਂ ਦਰ ਸਾਲ। ਇਹਨਾਂ ਨੂੰ ਸਮਝਣ ਦੀ ਲੋੜ ਆ ਤੇ ਇਹਨਾਂ ਗੱਲਾਂ ਤੋਂ ਦੂਰ ਹੋਣ ਦੀ ਲੋੜ ਆ ਕਿ ਆਪਾਂ ਇਹਨਾਂ ਨੂੰ ਸਮਝੀਏ ਤੇ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕਰੀਏ। ਜਿਹੜਾ ਅੱਜ ਕਿਸਾਨ ਸੰਘਰਸ਼ ਚੱਲ ਰਿਹਾ, ਇਹ ਸੰਘਰਸ਼ ਇਸ ਤੋਂ ਕਿਤੇ 10 ਗੁਣਾ 20 ਗੁਣਾ ਹੋਰ ਵੱਡਾ ਹੋਣਾ ਚਾਹੀਦਾ ਸੀਗਾ। ਠੀਕ ਹੈ? ਪੰਜਾਬ ਦੇ ਵਿੱਚ ਤਕਰੀਬਨ 70% ਕਿਸਾਨੀ ਨਾਲ ਰਿਲੇਟਡ ਲੋਕ ਨੇ। ਜੇ ਉਹ 70% ਦੇ ਵਿੱਚੋਂ ਜੇ 20% ਵੀ ਇੱਥੇ ਆ ਜੇ, ਗੌਰਮੈਂਟ ਦੀਆਂ ਗੋਡੀਆਂ ਲਵਾ ਦੇਣ ਫੜ ਕੇ, ਸਾਡੇ 20% ਵੀ ਨਹੀਂ ਪਹੁੰਚਦੇ, ਸਾਡੇ 2% 3% ਪਹੁੰਚਦੇ। ਕੀ ਗੱਲ ਕਿਸੇ ਨੂੰ ਕੋਈ ਗੱਲ ਇਫੈਕਟ ਨਹੀਂ ਕਰਦੀ? ਕਿਸੇ ਹੋਰ ਵਰਗ ਨੂੰ ਇਹ ਗੱਲ ਇਫੈਕਟ ਨਹੀਂ ਕਰਦੀ? ਉਹਨਾਂ ਨੂੰ ਕਰਨੀ ਚਾਹੀਦੀ ਹੈ। ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਕਿਸਾਨ ਦਾ ਜਿਹੜਾ ਪਰਿਵਾਰ ਆ, ਹਰ ਪਰਿਵਾਰ ਦਾ ਇੱਕ ਜੀ ਹਰ ਪਿੰਡ ਦੇ ਵਿੱਚੋਂ ਆਵੇ, ਹਰ ਪਿੰਡ 'ਚੋਂ 200 ਬੰਦਾ 400 ਬੰਦਾ ਨਿਕਲੇ। ਪੂਰੇ ਪੰਜਾਬ ਦੇ 12,500 ਪਿੰਡ ਨੇ। ਜਦੋਂ ਇੱਥੇ 50-60 ਹਜ਼ਾਰ ਦਾ, ਲੱਖ ਦਾ, 2-4 ਲੱਖ ਦਾ ਇੱਥੇ ਇਕੱਠ ਹੋਊਗਾ, ਮੋਦੀ ਦੀਆਂ ਗੋਡੀਆਂ ਲੱਗ ਜਾਣਗੀਆਂ, ਪਤਾ ਲੱਗ ਜੂਗਾ ਕਿੱਦਾਂ ਕਰਦੇ ਆ। ਪੂਰੀ ਦੁਨੀਆ ਦੇਖ ਰਹੀ ਹੈ ਇਸ ਚੀਜ਼ ਨੂੰ। ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਸੰਗਠਿਤ ਹੋਣ ਦੀ ਲੋੜ ਆ, ਹੋਰ ਚੰਗੀ ਤਰ੍ਹਾਂ ਇਸ ਸੰਘਰਸ਼ ਨੂੰ ਵਧਾਉਣ ਦੀ ਲੋੜ ਆ। ਇਹ ਸੰਘਰਸ਼ ਬਹੁਤ ਲੰਬਾ ਹੋਣ ਜਾ ਰਿਹਾ ਤੇ ਸਾਰਿਆਂ ਨੂੰ ਸੰਘਰਸ਼ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪੈਣ ਦੀ ਲੋੜ ਆ। ਉਹ ਤਾਂ ਕਹਿ ਰਹੇ ਨੇ ਮੋਦੀ ਸਰਕਾਰ ਦੇ ਜੋ ਵੀ ਅੱਗੇ ਆਗੂ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਪਿੰਡਾਂ 'ਚ ਜਾ ਕੇ ਸਮਝਾਓ, ਕਿਸਾਨ ਗਲਤਫਹਿਮੀ 'ਚ ਨੇ। ਪਿੰਡਾਂ ਦੇ ਕਿੰਨੇ ਕੁ ਗਲਤਫਹਿਮੀ 'ਚ ਹੋਣਗੇ ਜੀ? ਸਿਰਫ ਇਹੀ ਖੁਸ਼ਫਹਿਮੀ 'ਚ ਨੇ, ਸਾਰੇ ਗਲਤਫਹਿਮੀ 'ਚ ਨੇ। ਜਦੋਂ ਬਾਕੀ ਦੇਸ਼ ਦੇ ਵਿੱਚ ਉਹ ਚੀਜ਼ ਹੋ ਚੁੱਕੀ ਹੈ ਜਿਹੜੀ ਤੁਸੀਂ ਹੁਣ ਇੱਥੇ ਲਾਗੂ ਕੀਤੀ ਹੈ, ਜੇ ਉੱਥੇ ਕੋਈ ਫਾਇਦਾ ਨਹੀਂ ਹੋਇਆ, ਇੱਥੇ ਕਿਵੇਂ ਹੋ ਜੂ? ਠੀਕ ਹੈ ਨਾ? ਉਹ ਕਹਿੰਦੇ ਆ ਕੰਟਰੈਕਟ ਫਾਰਮਿੰਗ, ਸਾਰਾ ਕੁਝ ਕਹਿ ਰਹੇ ਆ ਕੰਟਰੈਕਟ ਫਾਰਮਿੰਗ, ਠੀਕ ਆ, ਸਾਰਾ ਕੁਝ ਠੀਕ ਆ, ਪਰ ਤੁਸੀਂ ਜਿਹੜੇ ਕੰਪੀਟੀਟਰ ਲਿਆ ਰਹੇ ਹੋ ਉਹ 2 ਹੀ ਕਿਉਂ ਲਿਆ ਰਹੇ ਹੋ? ਤੁਸੀਂ 10 ਕੰਪੀਟੀਟਰ ਖੜੇ ਕਰੋ ਜਿਹੜੇ ਕਿਸਾਨ ਦੀ ਕੰਟਰੈਕਟ ਫਾਰਮਿੰਗ ਕਰਨ, ਜਾਂ 10 ਪਰਚੇਜ਼ਰ ਖੜੇ ਕਰੋ ਜਿਹੜੇ ਉਹਦਾ ਮੁੱਲ ਵਧਾਉਣ।
ਤੁਸੀਂ ਸਿਰਫ 2 ਨੂੰ ਕਿਉਂ ਕਰੀ ਜਾਂਦੇ ਹੋ? ਤੁਹਾਡੀ ਤਾਂ ਮਨਸ਼ਾ ਉਦੋਂ ਹੀ ਕਲੀਅਰ ਸੀ ਜਦੋਂ ਸਾਈਲੋ ਸਿਰਫ 2 ਕੰਪਨੀਆਂ ਦੇ ਬਣਦੇ ਸੀ, ਜਦੋਂ ਗੱਡੀਆਂ ਤੁਸੀਂ ਸਿਰਫ ਇੱਕੋ ਬੰਦੇ ਨੂੰ ਵੇਚ ਰਹੇ ਹੋ ਦੇਸ਼ ਦੀਆਂ, ਜਦੋਂ ਆਪਣਾ ਲਾਲ ਕਿਲ੍ਹਾ ਇੱਕੋ ਬੰਦੇ ਨੂੰ ਦਿੱਤਾ, ਜਦੋਂ ਰੇਲਵੇ ਸਟੇਸ਼ਨ ਇੱਕੋ ਬੰਦੇ ਨੂੰ ਤੁਸੀਂ ਦਿੱਤੇ ਆ ਸਾਰੇ। ਤੇ ਤੁਹਾਡੀ ਮਨਸ਼ਾ ਤਾਂ ਬਹੁਤ ਕਲੀਅਰ ਆ ਸ਼ੁਰੂ ਤੋਂ ਕਿ ਤੁਸੀਂ ਕੀ ਕਰਨਾ ਚਾਹੁੰਦੇ। ਜਿਹੜਾ ਤੁਹਾਨੂੰ ਪੈਸੇ ਦਿੰਦਾ, ਜਿਹੜਾ ਤੁਹਾਨੂੰ ਪੂਜਦਾ, ਜਿਹੜਾ ਤੁਹਾਨੂੰ ਇਲੈਕਸ਼ਨ ਜਿਤਾਉਂਦਾ, ਤੁਸੀਂ ਉਹਦੇ ਪ੍ਰਤੀ ਵਫਾਦਾਰ ਹੋ। ਤੁਸੀਂ ਉਹਦੇ ਪ੍ਰਤੀ ਵਫਾਦਾਰ ਨਹੀਂ ਜਿਹੜਾ ਤੁਹਾਡਾ ਵੋਟਰ ਆ। ਤੁਸੀਂ ਲੋੜ ਨਹੀਂ ਸਮਝਦੇ, ਤੁਸੀਂ ਉਹਦੇ ਮੌਕੇ ਤੇ ਆ ਕੇ ਬੇਵਕੂਫ ਬਣਾ ਕੇ ਸਾਰਿਆਂ ਨੂੰ ਕਰ ਲਓਗੇ ਜੀ। ਜੇ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਕਹਿ ਰਿਹਾ ਵੱਡੀ ਕੁਰਬਾਨੀ ਦੇਤੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਕਾਲੀ ਦਲ ਦੀ ਕੁਰਬਾਨੀ ਨੂੰ ਤਕਰੀਬਨ ਹਰ ਪੰਜਾਬ ਦਾ ਬੱਚਾ ਸਮਝਦਾ ਜੀ, ਕੋਈ ਐਡੀ ਕੁਰਬਾਨੀ ਵਾਲੀ ਗੱਲ ਨਹੀਂ। ਕੁਰਬਾਨੀ ਜਦੋਂ 15 ਜੂਨ ਨੂੰ ਇਹ ਬਿੱਲ ਪੇਸ਼ ਹੋਏ ਸੀਗੇ, ਕੁਰਬਾਨੀ ਜਾਂ ਸਮਝਦਾਰੀ ਹੁੰਦੀ ਤਾਂ ਉਸੇ ਲੈਵਲ ਤੋਂ ਬਾਦਲ ਸਾਹਿਬ ਡਾਂਗ ਚੁੱਕ ਕੇ ਉੱਠਦੇ 15 ਜੂਨ ਤੋਂ, ਲੈ ਵੀ ਮੈਂ ਡਾਂਗ ਲੈ ਕੇ ਖੜਾ ਸ਼ੰਭੂ, ਤੁਸੀਂ ਇਹ ਬਿੱਲ ਨਹੀਂ ਪਾਸ ਕਰ ਸਕਦੇ। ਇਹ ਉਦੋਂ ਕਰਦੇ, ਬਾਦਲ ਸਾਹਿਬ ਤਾਂ ਹੁਣ ਆ ਕੇ ਜਾ ਕੇ ਵੀ ਇਹ ਕਰਦੇ ਰਹੇ ਨੇ ਕਿ ਵੀ ਇਹ ਬਿੱਲ ਠੀਕ ਨੇ, ਇਹ ਬਹੁਤ ਵਧੀਆ ਨੇ, ਲੋਕਾਂ ਨੂੰ ਗਲਤ ਭੜਕਾਇਆ। ਰਾਤ ਉਮਰ ਸਾਹਿਬ ਦੀ ਚਿੱਠੀ ਦਿਖਾ ਰਹੇ ਨੇ। ਬਾਕੀ ਤੁਸੀਂ ਸੁਖਬੀਰ ਬਾਦਲ ਜੀ ਨੂੰ ਕਿੰਨਾ ਕੁ ਸੀਰੀਅਸਲੀ ਲੈ ਸਕਦੇ ਹੋ? ਠੀਕ ਹੈ ਨਾ, ਇਸ ਟੱਬਰ ਨੂੰ ਤੁਸੀਂ ਕਿੰਨਾ ਕੁ ਸੀਰੀਅਸ ਲੈ ਸਕਦੇ ਹੋ ਵੀ ਇਹ ਕੀ ਆਪਣਾ ਕਿਸਾਨਾਂ ਵਾਸਤੇ ਕਰਦਾ? 25 ਸਾਲ ਰਾਜ ਕਰਨ ਵਾਲੀ ਪਾਰਟੀ ਤੋਂ ਬਾਅਦ ਕਿਸਾਨ ਫਿਰ ਸੜਕਾਂ ਤੇ ਖੜਾ ਹੋਵੇ, ਫਿੱਟੇ ਮੂੰਹ ਤੁਹਾਡੇ। ਕੀ ਇਸ ਤਰ੍ਹਾਂ ਦੇ ਆਪਾਂ ਦਲਾਂ ਤੋਂ ਲੈਣਾ ਜਿਹੜੇ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਨੇ? ਕੀ ਇਹਨਾਂ ਨੇ, ਇਹ ਫੂਡ ਪ੍ਰੀਜ਼ਰਵੇਸ਼ਨ ਮਿਨਿਸਟਰ ਸੀਗੇ ਹਰਸਿਮਰਤ ਕੌਰ ਬਾਦਲ, ਇਹਨਾਂ ਨੇ ਕਿੰਨੇ ਪੰਜਾਬ ਦੇ ਫੂਡ ਦੀਆਂ ਇੰਡਸਟਰੀਆਂ ਲਾਤੀਆਂ, ਕਿੰਨੇ ਕੁ ਫੂਡ ਦੇ ਸਟੋਰੇਜ ਦੇ ਡਿਪੋ ਲਾਤੇ ਪੰਜਾਬ 'ਚ? ਹਰ ਸਾਲ ਕਣਕ ਝੋਨਾ ਰੁਲਦਾ, ਕੀ ਇਹਨਾਂ ਨੇ ਕੀਤਾ? ਕੀ ਸਟੋਰੇਜ ਦੇ ਇਹ ਨਹੀਂ ਸੀ, ਗਵਰਨਮੈਂਟ ਨਹੀਂ ਸੀ ਬਣਾ ਸਕਦੀ? ਜੇ ਸਾਈਲੋ ਅਡਾਨੀ ਅੰਬਾਨੀ ਬਣਾ ਸਕਦੇ ਆ ਤਾਂ ਗਵਰਨਮੈਂਟ ਕਿਉਂ ਨਹੀਂ ਬਣਾ ਸਕਦੀ? ਗਵਰਨਮੈਂਟ ਦਾ ਬੋਰੀਆਂ 'ਚ ਕਿਉਂ ਰੋਲੇ ਝੋਨਾ? ਕਿਉਂ ਸਾਡਾ ਜਿਹੜਾ ਉਹੀ ਟਮਾਟਰ, ਉਹੀ ਸਬਜ਼ੀ ਸਾਰੀ ਸਾਨੂੰ ਕਦੇ 5 ਰੁਪਏ ਤੇ ਕਦੇ 100 ਰੁਪਏ ਮਿਲੇ? ਕੰਜ਼ਿਊਮਰ ਵੀ ਲੁੱਟਿਆ, ਕਿਸਾਨ ਵੀ ਲੁੱਟਿਆ, ਦੋਨੋਂ ਪਾਸੇ ਤੋਂ। ਜੇ ਸਾਡੇ ਕੋਲੇ ਅੱਜ ਇਹ ਇੰਡਸਟਰੀਆਂ ਲਾਉਂਦੇ ਨੇ ਪੰਜਾਬ ਦੇ ਵਿੱਚ, ਫੂਡ ਪ੍ਰੀਜ਼ਰਵੇਸ਼ਨ ਦਾ ਕੰਮ ਕਰਦੇ ਨੇ, ਸਟੋਰੇਜ ਬਣਾਉਂਦੇ ਨੇ, ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਟੋਟਲ ਰਕਬਾ ਆ ਉੱਤੇ ਕ੍ਰੌਪ ਡਾਈਵਰਸੀਫਿਕੇਸ਼ਨ ਹੁੰਦੀ ਆ, ਉੱਤੇ ਕ੍ਰੌਪ ਅਲੱਗ-ਅਲੱਗ ਤਰ੍ਹਾਂ ਦੀ ਲੱਗਦੀ ਆ, ਉਹਦੇ ਨਾਲ ਸਾਡਾ ਕਣਕ ਝੋਨੇ ਦੇ ਥੱਲੇ ਰਕਬਾ ਘਟਦਾ। ਉਹਦੇ ਨਾਲ ਕੀ, ਉਹ ਰਕਬਾ ਘਟਣ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਹੈਗਾ, ਇਹ ਕਹਿੰਦੇ ਕਿ ਸਾਡੇ ਕੋਲ ਅਨਾਜ ਦੇ ਬਹੁਤ ਜ਼ਿਆਦਾ ਭੰਡਾਰ ਨੇ, ਵੱਧ ਗਏ, ਵੇਸਟ ਹੋ ਰਹੇ ਆ। ਜੇ ਸਾਰੀ ਡਾਈਵਰਸੀਫਿਕੇਸ਼ਨ ਹੋ ਜੂਗੀ ਤਾਂ ਉਹਦਾ ਵੀ ਮੁੱਲ ਪੈ ਜੂ, ਉਹ ਵੀ ਸਾਂਭਿਆ ਜਾਊਗਾ। ਪਰ ਉਧਰ ਕਿਸੇ ਦਾ ਧਿਆਨ ਨਹੀਂ। 10 ਸਾਲ ਗਵਰਨਮੈਂਟ ਰਹੀ ਆ, ਕਿੰਨੇ ਇਹਨਾਂ ਨੇ ਫੂਡ ਪ੍ਰੀਜ਼ਰਵੇਸ਼ਨ ਇੰਡਸਟਰੀਆਂ ਲਾਈਆਂ ਨੇ, ਕਿੰਨੇ ਕੁ ਵਫਾਦਾਰ ਹੋ ਸਕਦੇ ਪੰਜਾਬ ਨੂੰ? ਤੁਸੀਂ ਸਾਰੇ ਸਮਝਦੇ ਹੋ। ਆਹ ਯਾਰ, ਫੂਡ ਪ੍ਰੋਸੈਸਿੰਗ ਮਿਨਿਸਟਰ ਹੋ ਕੇ ਵੀ ਤੁਸੀਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਨਹੀਂ ਲਾ ਸਕਦੇ, ਫਿਰ ਤਾਂ ਮਤਲਬ ਤੁਸੀਂ ਆਪਣਾ ਟੱਬਰ ਹੀ ਪਾੜ ਰਹੇ ਹੋ, ਹੋਰ ਤਾਂ ਕੁਝ ਨਹੀਂ ਕਰ ਰਹੇ। ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਰਾਹੁਲ ਜੀ ਦਿੱਲੀ ਤੋਂ ਚੱਲ ਕੇ ਪੰਜਾਬ ਆ ਗਏ ਨੇ, ਤੁਹਾਨੂੰ ਨਹੀਂ ਲੱਗਦਾ ਵੀ ਦਿੱਲੀ ਵੀ ਵਿਰੋਧ ਕੀਤਾ ਜਾ ਸਕਦਾ? ਕਾਂਗਰਸ ਥੋੜਾ ਜਿਹਾ ਇਹਨਾਂ ਨਾਲੋਂ ਬੈਟਰ ਹੈ ਇਸ ਮਾਮਲੇ ਦੇ ਵਿੱਚ, ਥੋੜੀ ਜੀ ਇਹਨਾਂ ਨਾਲੋਂ ਬੈਟਰ ਆ, ਪਰ ਮੋٹے ਤੌਰ ਤੇ ਗੱਲਬਾਤ ਉਹੀ ਆ ਜੀ। ਠੀਕ ਹੈ ਨਾ, ਮੋٹے ਕਾਂਗਰਸ ਦੇ ਵਿੱਚ ਹੁਣ ਰਾਹੁਲ ਗਾਂਧੀ ਜੀ ਦਾ ਪੰਜਾਬ ਆਉਣ ਦਾ ਕੀ ਮਤਲਬ ਆ? ਜੇ ਰਾਹੁਲ ਗਾਂਧੀ ਜੀ ਉੱਥੇ ਕਿਉਂ ਨਹੀਂ ਜਾਂਦੇ? ਮੋਦੀ ਦੇ ਘਰ ਅੱਗੇ ਧਰਨਾ ਕਿਉਂ ਨਹੀਂ ਲਾਉਂਦੇ? ਪੰਜਾਬ ਆ ਕੇ ਟਰੈਕਟਰਾਂ 'ਤੇ ਚੜ੍ਹ ਕੇ ਕੀ ਪੰਜਾਬ ਨੇ ਬਿੱਲ ਪਾਸ ਕੀਤੇ ਕਿ ਮੋਦੀ ਜੀ ਨੇ ਪਾਸ ਕੀਤੇ ਆ? ਪੰਜਾਬ ਨੂੰ ਕਿਉਂ ਇਹ ਚੱਕ ਕੇ ਉੱਥੋਂ ਬਠਿੰਡੇ ਵਾਲੀ ਸਾਈਡ ਤੋਂ ਜਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਚੰਡੀਗੜ੍ਹ ਨੂੰ ਤੁਰ ਪੈਂਦੇ ਆ, ਉਹ ਚੰਡੀਗੜ੍ਹ ਤੋਂ ਚੱਕ ਕੇ ਪੰਜਾਬ ਨੂੰ ਤੁਰ ਪੈਂਦੇ ਆ। ਕੀ ਹੋ ਰਿਹਾ ਇਹ? ਕਾਹਦੇ ਵਾਸਤੇ? ਕੀ ਦਿਖਾਵਾ ਕਰ ਰਹੇ ਨੇ? ਇਹਦੀ ਇੱਥੇ ਕਿਉਂ ਨਹੀਂ ਆਉਂਦੇ ਜਿੱਥੇ ਸਾਰੀਆਂ ਕਿਸਾਨ ਜਥੇਬੰਦੀ ਦੇ ਸਾਰੇ ਬੈਠੇ ਨੇ? ਇੱਥੇ ਕਿਉਂ ਨਹੀਂ ਵੜਦੇ ਹੈਗੇ? ਇੱਥੇ ਝੰਡੀਆਂ ਸਿੱਟਣ ਆਪਣੀਆਂ ਪਾਰਟੀਆਂ ਦੀਆਂ। ਮੈਂ ਵੀ ਕਿਸੇ ਨਾ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ, ਮੈਂ ਨਹੀਂ ਝੰਡੀ ਲਾ ਕੇ ਆਇਆ। ਮੈਂ 3 ਵਾਰ ਧਰਨੇ 'ਚ ਆ ਚੁੱਕੇ, ਮੈਂ ਨਹੀਂ ਝੰਡੀ ਲਾ ਕੇ ਆਇਆ। ਕਾਹਦੇ ਲਈ ਨਹੀਂ? ਅਸੀਂ ਕਿਸਾਨ ਭਰਾਵਾਂ ਦਾ ਸਾਥ ਦੇਣਾ। ਜੇ ਸਾਡੀਆਂ ਝੰਡੀਆਂ ਦੇ ਨਾਲ ਕਿਸਾਨ ਭਰਾਵਾਂ ਦੇ ਅੰਦੋਲਨ ਦੇ ਵਿੱਚ ਕੋਈ ਗੜਬੜ ਹੁੰਦੀ ਆ ਤਾਂ ਅਸੀਂ ਨਾ ਕਰੀਏ, ਅਸੀਂ ਝੰਡੀਆਂ ਘਰੇ ਛੱਡੀਏ। ਹੁਣ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੇ ਨਾਲ ਖੜੀਏ। ਹੁਣ ਆ ਤਾਂ ਕੋਈ ਜਿਹੜੇ ਗੇੜਾ ਦੇ ਰਹੇ ਨੇ ਪੰਜਾਬ 'ਚ, ਕਦੇ ਉਧਰ ਨੂੰ ਦੇਤਾ ਕਦੇ ਉਧਰ ਨੂੰ ਦੇਤਾ, ਇਹਦਾ ਤਾਂ ਕੋਈ ਮਤਲਬ ਨਹੀਂ ਹੈ। ਇਹਦਾ ਕੋਈ ਮਤਲਬ ਨਹੀਂ। ਜੇ ਕੁਝ ਕਰਨਾ, ਕੈਪਟਨ ਤੇ ਬਾਦਲ ਦੋਨੋਂ ਡਾਂਗ ਲੈ ਕੇ ਆਉਣ, ਇੱਥੇ ਸ਼ੰਭੂ ਬਾਰਡਰ ਤੇ ਖੜਨ, ਆਓ ਵੀ ਸਾਰਾ ਪੰਜਾਬ ਮੇਰੇ ਨਾਲ ਖੜੋ, ਸਾਰਾ ਹਰਿਆਣਾ ਮੇਰੇ ਨਾਲ ਖੜੋ। ਆਪਾਂ ਨਹੀਂ ਬਿੱਲ ਪਾਸ ਹੋਣ ਦਿੰਦੇ, ਦੂਜੇ ਦਿਨ ਮਾਹੌਲ ਬਦਲ ਜੂ ਪੰਜਾਬ ਦਾ, ਹਰਿਆਣੇ ਦਾ। ਪਰ ਇਹਨਾਂ ਦੀਆਂ ਨੀਤਾਂ ਨਹੀਂ ਸਾਫ਼। ਜੇ ਨੀਤਾਂ ਨਹੀਂ ਸਾਫ਼, ਨਾ ਪਹਿਲਾਂ ਤੋਂ ਸਾਫ਼ ਸੀ, ਨਾ ਅੱਜ ਤੋਂ ਸਾਫ਼ ਆ, ਨਾ ਗਾਂ ਤੋਂ ਸਾਫ਼ ਹੋਣੀਆਂ ਨੇ। ਇਹ ਤਾਂ ਸਿਰਫ ਇਹਨਾਂ ਨੂੰ, ਬਾਦਲ ਦੇ ਟੱਬਰ ਨੂੰ ਵੀ ਥੋੜਾ ਡਰ ਲੱਗਿਆ, ਇਹਨਾਂ ਨੂੰ ਵੀ ਡਰ ਲੱਗਿਆ ਕਿ ਸਾਡੀ ਜਿਹੜੀ ਰਾਜਨੀਤਿਕ ਜ਼ਮੀਨ ਆ ਉਹ ਖੁੱਸ ਰਹੀ ਆ। ਰਾਜਨੀਤਿਕ ਜ਼ਮੀਨ ਦੇ ਖੁੱਸਣ ਦੇ ਡਰ ਦੇ ਮਾਰੇ ਆ ਸਾਰਾ ਡਰਾਮਾ ਕਰਨਾ ਪੈ ਰਿਹਾ। ਅਦਰਵਾਈਜ਼ ਦੋਨੋਂ ਪਾਰਟੀਆਂ ਇਸ ਮਾਮਲੇ ਵਿੱਚ ਸੀਰੀਅਸ ਨਹੀਂ ਹੈਗੀ। ਠੀਕ ਹੈ। ਤੀਸਰੀ ਪਾਰਟੀ ਹੈ ਜੀ, ਤੀਜੀ, ਉਹਦੇ ਬਾਰੇ ਵੀ ਤੁਸੀਂ ਆਉਂਗੇ ਗੱਲ ਤੇ ਮੈਂ ਤੁਹਾਨੂੰ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਹਾਲੇ ਸਟਾਰਟ ਆ, 7 ਸਾਲ ਪੁਰਾਣੀ ਪਾਰਟੀ, ਹਾਲੇ ਸ਼ੁਰੂਆਤ ਆ। ਪਰ ਉਹਨਾਂ ਨੇ ਘੱਟੋ ਘੱਟ ਹਾਂ ਦਾ ਨਾਰਾ ਮਾਰਿਆ। ਉਹਨਾਂ ਨੇ ਘੱਟੋ ਘੱਟ ਇਹ ਕਿਹਾ ਕਿ ਅਸੀਂ ਨਾਲ ਆ। ਜਦੋਂ ਤੋਂ ਆਰਡੀਨੈਂਸ ਪੇਸ਼ ਹੋਇਆ ਉਹ ਤੋਂ ਭਗਵੰਤ ਮਾਨ ਨੇ ਰੌਲਾ ਪਾਉਣਾ ਸ਼ੁਰੂ ਕੀਤਾ। ਹੁਣ ਤੱਕ ਇੱਕੋ ਇੱਕ ਕੰਸਿਸਟੈਂਟ ਸਟੈਂਡ ਆ ਉਸ ਪਾਰਟੀ ਦਾ ਕਿ ਅਸੀਂ ਤਾਂ ਤੁਹਾਡੇ ਨਾਲ ਖੜੇ ਆ। ਹੁਣ ਇਹਦੇ 'ਚ ਕੋਈ ਡਰਾਮਾ ਨਹੀਂ ਕਰ ਰਹੇ। ਉਹ ਆਪਣਾ, ਜਿਹੜੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਕੁਛ ਨੇ, ਉਹ ਆਪਣਾ ਹਿੱਸਾ ਲੈ ਰਹੇ ਨੇ, ਸਾਰਾ ਕੁਛ ਇੱਥੇ ਪਹੁੰਚ ਕੇ ਕਰ ਰਹੇ ਨੇ, ਜਿਸ ਲੈਵਲ ਤੱਕ ਕਰ ਰਹੇ ਨੇ। ਦੂਸਰਾ ਉਹਨਾਂ ਨੇ ਕੀਤਾ ਸੀਗਾ ਮਤਾ ਪੇਸ਼ ਕਿ ਅਸੀਂ ਪਿੰਡਾਂ ਦੇ ਵਿੱਚ ਮਤੇ ਪਵਾਵਾਂਗੇ। ਮਤਾ ਪਾਉਣਾ ਇੱਕ ਕਾਨੂੰਨੀ ਪ੍ਰਕਿਰਿਆ, ਉਹ ਪ੍ਰਕਿਰਿਆ ਦਾ ਅਸਰ ਹੈਗਾ। ਉਹ ਵੱਡੇ ਵਕੀਲਾਂ ਨੇ, ਵੱਡੇ ਲੋਕਾਂ ਨੇ ਕਿਹਾ ਕਿ ਵੀ ਜਿਹੜੀ ਗ੍ਰਾਮ ਸਭਾ ਜੋ ਕੁਝ ਪਾਸ ਕਰ ਜਾਂਦੀ ਆ ਉਹਦੀ ਬਹੁਤ ਵੱਡੀ ਵੈਲਿਊ ਆ।
ਠੀਕ ਹੈ, ਤੇ ਉਹਦੇ ਵਾਸਤੇ ਮਤੇ ਪਵਾ ਰਹੇ ਨੇ। ਪਰ ਜਿੱਥੋਂ ਤੱਕ ਕਾਂਗਰਸ ਦੀਆਂ ਸਰਕਾਰ ਜਿਹੜੀਆਂ ਹੈਗੀਆਂ ਸਰਪੰਚੀਆਂ ਤੇ ਪੰਚਾਇਤਾਂ ਨੇ, ਉਹ ਇਸ ਗੱਲ ਤੋਂ ਹਾਲੇ ਵੀ ਝਿਜਕ ਦਿਖਾਈ ਜਾ ਰਹੀਆਂ ਨੇ ਕਿ ਮਤੇ ਨਾ ਪੈਣ ਮਤਿਆਂ, ਕਿਉਂਕਿ ਆਮ ਆਦਮੀ ਨੇ ਪਾਰਟੀ ਨੇ ਕਹਿਤਾ। ਉਹ ਤੁਸੀਂ ਕਿਸਾਨ ਦੇ ਨਾਲ ਹੋ ਕਿ ਕਿਸੇ ਨੇ ਕਾਲੇ ਚੋਰ ਨੇ ਕਿਹਾ ਹੋਵੇ ਚੰਗੀ ਗੱਲ, ਤੁਸੀਂ ਮੰਨੋ ਤੇ ਉਹਦੀ ਪੂਰੀ ਕਰੋ। ਜੇ ਪੂਰੇ 12,000 ਪਿੰਡਾਂ ਦਾ ਆਪਣੇ ਦਾ ਮਤੇ ਪੈ ਜਾਣ, ਕੁਛ ਨਾ ਕੁਛ ਫਰਕ ਪਊਗਾ, ਕੁਛ ਨਾ ਕੁਛ ਅਸਰ ਹੋਊਗਾ, ਉਹਦਾ ਜ਼ਰੂਰ ਅਸਰ ਹੋਊਗਾ। ਰਾਸ਼ਟਰਪਤੀ ਤੱਕ ਗੱਲ ਜਾਂਦੀ ਆ, ਪੂਰੀ ਦੁਨੀਆ 'ਚ ਗੱਲ ਜਾਂਦੀ ਹੈ ਜੀ। ਜੇ ਦੇਖਿਆ ਜਾਵੇ ਤਾਂ ਰਾਜਨੀਤਿਕ ਪਾਰਟੀਆਂ ਦੇ ਇਕੱਠਾਂ 'ਚ ਵੀ ਵੱਡੇ ਇਕੱਠ ਦੇਖਣ ਨੂੰ ਮਿਲਦੇ ਨੇ, ਉਹਨਾਂ ਦੇ ਨਾਲ ਵੀ ਟਰੈਕਟਰਾਂ ਤੇ ਉਹ ਵੀ ਕਿਸਾਨ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਹ ਦੇਖੋ ਜੀ, ਆਪਣੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਗੱਲਬਾਤ ਹੈ, ਇੱਕ ਭੇਡ ਚਾਲ ਬਣੀ ਹੋਈ ਹੈ, ਜਿਹੜੀ ਉਹ ਮਾਨਸਿਕਤਾ ਨਾ ਕਿ ਮੈਂ ਪੁਰਾਣੀ ਪਾਰਟੀ ਨੂੰ ਬਿਲੋਂਗ ਕਰਦਾ, ਮੇਰੇ ਡੈਡੀ ਵੀ ਬਿਲੋਂਗ ਕਰਦੇ ਸੀ, ਮੇਰੇ ਦਾਦਾ ਜੀ ਵੀ ਸੀਗੇ ਤੇ ਮੇਰੇ ਗਵਾਂਢੀ ਵੀ ਸੀਗੇ। ਅਸੀਂ ਉਸ ਚੀਜ਼ 'ਚੋਂ ਬਾਹਰ ਨਹੀਂ ਆ ਪਾ ਰਹੇ। ਅਸੀਂ ਇਹ ਸਮਝ ਨਹੀਂ ਪਾ ਰਹੇ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਕੰਮ ਸਿੰਪਲ ਇੱਕ ਹੁੰਦਾ ਕਿ ਜਦੋਂ ਤੁਸੀਂ ਕੋਈ ਬੰਦਾ ਚੁਣਦੇ ਹੋ, ਉਹਦੀ ਸਰਕਾਰ ਬਣਾਉਂਦੇ ਹੋ, ਸਾਡੀ ਭਲਾਈ ਕਰੇ। ਜੇ ਅਸੀਂ ਉਸ ਤੋਂ ਉੱਪਰ ਸੋਚਦੇ ਹਾਂ ਕਿ ਮੇਰੇ ਚਾਚੇ ਦਾ ਫਾਇਦਾ ਹੋ ਜਾਏ, ਮੈਨੂੰ ਥਾਣੇ 'ਚ ਕੋਈ ਕੰਮ ਕਰਾ ਦੇ, ਛੋਟੇ ਮੁੱਦਿਆਂ ਕਰਕੇ ਅਸੀਂ ਉਹਨਾਂ ਨਾਲ ਜੁੜੇ ਰਹਿੰਦੇ ਹਾਂ। ਉਸ ਤੋਂ ਬਾਅਦ ਇੱਕ ਵਾਰ ਜੁੜ ਜਾਂਦੇ ਆ, ਆਪਣੀ ਮੁੱਛ ਨੂੰ ਹੀ ਲੱਗੇ ਰਹਿੰਦੇ ਆ ਕਿ ਅਸੀਂ ਇਸ ਪਾਰਟੀ ਦੇ ਪੱਕੇ ਮੈਂਬਰ ਬਣੇ ਹੋਏ ਆ। ਕਿਸੇ ਦੇ ਮੈਂਬਰ ਬਣਨ ਦੀ ਲੋੜ ਨਹੀਂ। ਇਹ ਇਹਨਾਂ ਦੀ ਚਾਲ ਆ ਕਿ ਤੁਹਾਨੂੰ ਪੱਕੇ ਕਾਂਗਰਸੀ ਤੇ ਪੱਕੇ ਕਾਲੀ ਬਣਾ ਕੇ ਰੱਖਣ ਤੇ ਪੱਕੇ ਪਾਰਟੀ ਨਾਲ ਜੋੜ ਕੇ ਰੱਖਣ। ਕਿਸੇ ਨਾਲ ਜੁੜਨ ਦੀ ਲੋੜ ਨਹੀਂ। ਇੱਕ ਅਸੀਂ 5 ਸਾਲੀ ਨੌਕਰ ਰੱਖਦੇ ਆ ਜੀ, ਉਹ ਕੰਮ ਨਹੀਂ ਕਰਦਾ, ਲੱਤ ਮਾਰ ਕੇ ਕੱਢੋ, ਨਵਾਂ ਰੱਖ ਲਓ, ਨਵੇਂ ਨੂੰ ਮੌਕਾ ਦਿਓ। ਨਵਾਂ ਨਹੀਂ ਕੱਢੋ, ਉਹਨੂੰ ਲੱਤ ਮਾਰ ਕੇ ਕੱਢੋ। ਕਿਉਂ ਨਹੀਂ ਆਪਾਂ ਕਰਦੇ? ਇਹ ਕਿਉਂ ਨਹੀਂ ਕਰਦੇ? ਆਪਾਂ ਉਹਨਾਂ ਨਾਲ ਹੀ ਕਿਉਂ ਜੁੜੇ ਹੋਏ ਆ? ਆਪਾਂ ਨੂੰ ਕੀ 25 ਸਾਲਾਂ ਦੇ ਵਿੱਚ ਅਕਾਲੀਆਂ ਦੇ ਰਾਜ 'ਚ, ਇੰਨੇ ਹੀ ਸਾਲਾਂ 'ਚ ਕਾਂਗਰਸ ਦੇ ਰਾਜ ਵਿੱਚ, ਜੇ ਪੰਜਾਬ ਖੁਸ਼ਹਾਲ ਹੋਣਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਿਆ ਹੁੰਦਾ। ਸੜਕਾਂ ਤਾਂ ਫੇਰ ਖੜੇ ਆ। ਫੇਰ ਵੀ ਜੇ ਆਪਾਂ ਉਹਨਾਂ ਦੇ ਨਾਲ ਤੁਰਦੇ ਆ, ਫਿਰ ਤਾਂ ਥੋੜਾ ਜਿਹਾ ਮੇਰੇ ਖਿਆਲ ਕਹਿੰਦਾ ਆਪਣੀ ਸਮਝ ਨੂੰ ਹੱਥ ਮਾਰਨ ਦੀ ਲੋੜ ਆ ਵੀ ਆਪਾਂ ਕਿੱਥੇ ਆ। ਇੱਕ ਤੀਸਰੀ ਪਾਰਟੀ ਆਈ ਹੈ, ਹੁਣ ਇੱਥੇ ਨਹੀਂ ਗੱਲ ਕਰਨਾ ਚਾਹੂੰਗਾ ਉਸ ਮਾਮਲੇ 'ਚ, ਪਰ ਕੋਈ ਇੱਕ ਤੀਸਰੀ ਪਾਰਟੀ ਆਈ ਆ, ਜੇ ਉਹ ਕੁਝ ਚੰਗਾ ਕਰਕੇ ਦਿਖਾ ਰਹੀ ਆ, ਜੇ ਉਹਨਾਂ ਨੇ ਕੋਈ ਚੰਗਾ ਮਾਡਲ ਪੇਸ਼ ਕੀਤਾ ਆ, ਕਿਉਂ ਨਹੀਂ ਆਪਾਂ ਇੱਕ ਵਾਰ ਮੌਕਾ ਦਿੰਦੇ? ਉਹਨਾਂ ਨੂੰ ਵੀ ਮੌਕਾ ਦਿਓ। ਜਦੋਂ ਆਪਾਂ ਇਹਨਾਂ ਨੂੰ ਦੇਖ ਕੇ 25 ਸਾਲ ਦਾ ਮੌਕਾ ਦੇ ਕੇ ਦੇਖ ਲਿਆ, ਇਹਨਾਂ ਨੇ ਬੇੜਾ ਗਰਕ ਕਰਤਾ, ਹੁਣ ਆਪਾਂ ਉਹਨੂੰ ਕਿਉਂ ਨਹੀਂ ਮੌਕਾ ਦਿੰਦੇ? ਵੱਧ ਤੋਂ ਵੱਧ ਕੀ ਕਰ ਦੇਣਗੇ? 5 ਸਾਲ ਉਹ ਬੇੜਾ ਗਰਕ ਕਰ ਲੈਣਗੇ, ਫੇਰ ਬਦਲ ਕੇ ਲਿਆਵਾਂਗੇ। ਇਹ ਕਿੱਥੇ ਜਾਣੇ? ਇਹ ਤਾਂ ਇੱਥੇ ਹੀ ਨੇ। 40 ਹਜ਼ਾਰ 50 ਹਜ਼ਾਰ ਦੀ ਕਰੋੜ ਦੀਆਂ ਪ੍ਰਾਪਰਟੀਆਂ ਬਣਾ ਕੇ ਘਰੇ ਬੈਠੇ ਨੇ। ਇਹਨਾਂ ਨੇ ਕਿੱਥੇ ਜਾਣਾ? ਇਹ ਤਾਂ ਇੱਥੇ ਹੀ ਨਹੀਂ ਸਾਰੀ ਉਮਰ ਲਈ। ਇਹ ਪਾਰਟੀਆਂ ਤਾਂ ਇੱਥੇ ਰਹਿਣ ਵਾਲੀਆਂ ਨੇ। ਪਰ ਜੇ ਪੰਜਾਬ ਦੇ ਸਿੰਗਰਾਂ ਦੀ ਗੱਲ ਕੀਤੀ ਜਾਵੇ, ਨੌਜਵਾਨ ਜ਼ਿਆਦਾਤਰ ਸਿੰਗਰਾਂ ਵਾਲੀ ਜਗ੍ਹਾ ਤੇ ਜ਼ਿਆਦਾ ਹੁੰਦੇ ਨੇ, ਇਕੱਠੇ ਜ਼ਿਆਦਾ ਹੁੰਦੇ ਨੇ। ਤੁਹਾਨੂੰ ਕੀ ਲੱਗਦਾ ਇਹ ਸੈਲਫੀਆਂ ਖਿਚਾਉਣ ਆਉਂਦੇ ਨੇ ਜਾਂ ਆਪਣੇ ਹੱਕਾਂ ਲਈ ਆਉਂਦੇ ਨੇ? ਜਦੋਂ ਤੁਹਾਡੇ ਹੱਥ 'ਚ ਕੋਈ ਰੁਜ਼ਗਾਰ ਨਹੀਂ ਹੁੰਦਾ, ਤੁਸੀਂ ਵਿਹਲੇ ਹੁੰਦੇ ਹੋ, ਉਦੋਂ ਤੁਸੀਂ ਐਂਟਰਟੇਨਮੈਂਟ ਭਾਲਦੇ ਹੋ, ਉਹ ਤੁਸੀਂ ਆਪਣਾ ਟਾਈਮ ਕਿਲ ਕਰਨ ਦੀ ਕੋਸ਼ਿਸ਼ ਕਰਦੇ ਹੋ। ਜੇ ਤੁਹਾਡੇ ਹੱਥ 'ਚ ਕੋਈ ਰੋਜ਼ਗਾਰ ਜਾਂ ਕੰਮਕਾਰ ਜਾਂ ਕੁਝ ਹੋਊਗਾ ਤਾਂ ਤੁਹਾਡਾ ਧਿਆਨ ਉੱਧਰ ਹੋਊਗਾ। ਜੇ ਤੁਹਾਡੇ ਕੋਲੇ ਕੋਈ ਰੋਜ਼ਗਾਰ ਹੀ ਨਹੀਂ, ਤੁਹਾਨੂੰ ਕੋਈ ਆਸ ਹੀ ਨਹੀਂ ਜ਼ਿੰਦਗੀ ਦੀ, ਫਿਰ ਤੁਸੀਂ ਆਪਣਾ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰਦੇ ਆ। ਉਹੀ ਪੰਜਾਬ ਦਾ ਨੌਜਵਾਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਕੋਈ ਜੇ ਹੱਥ 'ਚ ਟਿਫਨ ਫੜ ਕੇ ਸਵੇਰੇ ਜਾਵੇ, ਸ਼ਾਮ ਨੂੰ ਘਰ ਮੁੜੇ, ਉਹ ਸ਼ਾਮ ਨੂੰ ਥੋੜੀ ਦੇਰ ਤਾਂ ਸਿੰਗਰਾਂ ਦੀ ਗੱਲ ਕਰ ਸਕਦਾ, ਪਰ 24 ਘੰਟੇ ਸਿੰਗਰਾਂ ਦੇ ਮਗਰ ਜਿੰਦਾਬਾਦ ਮੁਰਦਾਬਾਦ ਨਹੀਂ ਕਰ ਸਕਦਾ। ਪਰ ਇੱਕ ਚੀਜ਼ ਮੈਂ ਸਿੰਗਰਾਂ ਦੀ ਬਹੁਤ ਪੋਜ਼ਿਟਿਵ ਗਿਣਦਾ ਆ ਕਿ ਅੱਜ ਦੇ ਇਸ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਨੇ ਪੰਜਾਬ ਦੇ ਸਿੰਗਰਾਂ ਨੇ ਪਹਿਲੀ ਵਾਰ ਕੋਈ ਚੰਗੀ ਗੱਲ ਕੀਤੀ ਆ ਕਿ ਇਹਨਾਂ ਨੇ ਵੱਧ ਚੜ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ। ਤੇ ਜੇ ਇਹਨਾਂ ਦੇ ਸਿਰ ਤੇ ਸਾਡੇ ਨੌਜਵਾਨ ਕਿਸਾਨੀ ਦੇ ਅੰਦੋਲਨ ਨਾਲ ਜੁੜਦੇ ਆ ਤਾਂ ਉਹਨਾਂ ਨੂੰ ਜੁੜਨਾ ਚਾਹੀਦਾ। ਤੁਹਾਨੂੰ ਕੀ ਲੱਗਦਾ ਮੋਦੀ ਦੇ ਮਨ 'ਚ ਕੀ ਚੱਲ ਰਿਹਾ? ਵਾਪਸ ਹੋਣਗੇ ਕਾਨੂੰਨ? ਕਾਨੂੰਨ ਵਾਪਸ ਹੋਣ, ਸੰਘਰਸ਼ ਤੇ ਡਿਪੈਂਡ ਕਰਦਾ ਜੀ। ਸੰਘਰਸ਼ ਕਿੱਥੇ ਤੱਕ ਲੈ ਕੇ ਜਾਂਦੇ ਲੋਕ? ਸੰਘਰਸ਼ ਕੁਝ ਵੀ ਬਦਲ ਸਕਦੇ ਆ। ਜਦੋਂ ਅਸੀਂ ਪੂਰੀ ਦੁਨੀਆ ਦੇ 1/3 ਹਿੱਸੇ ਤੇ ਰਾਜ ਕਰਨ ਵਾਲਿਆਂ ਨੂੰ ਇੰਡੀਆ 'ਚੋਂ ਕੱਢ ਸਕਦੇ ਆ ਸੰਘਰਸ਼ ਦੇ ਸਿਰ ਤੇ, ਤਾਂ ਇਹਨਾਂ ਨੂੰ ਕਿਉਂ ਨਹੀਂ? ਉਸ ਟਾਈਮ ਤਾਂ ਸਾਡੇ ਕੋਲੇ ਵੋਟ ਪਾਉਣ ਦਾ ਰਾਈਟ ਵੀ ਨਹੀਂ ਸੀਗਾ, ਅਸੀਂ ਸਿਰਫ ਸੰਘਰਸ਼ ਕਰਦੇ ਸੀ। ਹੁਣ ਤਾਂ ਸਾਡੇ ਹੱਥ 'ਚ ਬਹੁਤ ਵੱਡੀ ਤਾਕਤ ਆ, ਸਰਦਾਰ ਭਗਤ ਸਿੰਘ ਹੁਣਾਂ ਨੇ ਦਿੱਤੀ ਹੋਈ ਵੋਟ ਦੀ ਤਾਕਤ, ਜਿਹੜੀ ਕਈ ਵਾਰੀ ਅਸੀਂ 200 ਰੁਪਏ ਲਈ ਜਾਂ ਬੋਤਲ ਸ਼ਰਾਬ ਲਈ ਵੀ ਦੇ ਦਿੰਦੇ ਆ। ਠੀਕ ਹੈ ਨਾ? ਉਸ ਤਾਕਤ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਕੁਝ ਕਰ ਸਕਦੇ ਆ। ਆਪਣੇ ਬੰਦੇ ਚੰਗੇ ਚੁਣੀਏ, ਚੰਗੇ ਬੰਦੇ ਅੱਗੇ ਲੈ ਕੇ ਆਈਏ, ਚੰਗੀਆਂ ਸਰਕਾਰਾਂ ਲੈ ਕੇ ਆਈਏ, ਨੀਅਤ ਤੇ ਨੀਤੀ ਵਾਲੀਆਂ ਸਰਕਾਰਾਂ ਲੈ ਕੇ ਆਈਏ, ਫਿਰ ਕੰਮ ਬਣੂਗਾ। ਤੇ ਉਹ ਸਟਾਰਟ ਮੈਨੂੰ ਆਪਣੇ ਆਪ ਤੋਂ ਕਰਨਾ ਪੈਣਾ, ਤੁਹਾਨੂੰ ਆਪਣੇ ਆਪ ਤੋਂ ਕਰਨਾ, ਤੁਹਾਨੂੰ ਆਪਣੇ ਆਪ ਤੋਂ ਕਰਨਾ ਪੈਣਾ। ਵੋਟ ਦੇ ਅਧਿਕਾਰ ਦਾ ਜਦੋਂ ਸਹੀ ਇਸਤੇਮਾਲ ਹੋ ਗਿਆ, ਆਪਣਾ ਦੇਸ਼ ਬਦਲ ਜੂਗਾ। ਆਪਣੇ ਦੇਸ਼ ਵਿੱਚ ਕਿਹੜੀ ਚੀਜ਼ ਦੀ ਕਮੀ ਆ? 4000 ਕਿਲੋਮੀਟਰ ਦੀ ਸਾਡੇ ਕੋਲ ਕੋਸਟ ਲਾਈਨ ਆ, ਟੂਰਿਜ਼ਮ ਪੋਟੈਂਸ਼ੀਅਲ ਸਾਡੇ ਦੇਸ਼ ਵਿੱਚ ਵਾਧੂ ਆ। -50 ਤੋਂ +50 ਤੱਕ ਸਾਡੇ ਦੇਸ਼ ਟੈਂਪਰੇਚਰ ਆ। ਹਿਮਾਲਿਆਜ਼ ਨੇ, ਦੂਜੇ ਪਾਸੇ ਆਪਣੇ ਕੋਲ ਪਠਾਰ ਨੇ, ਸਾਡੇ ਕੋਲ ਧਰਤੀ 'ਚ ਖਣਿਜ ਨੇ, ਸਾਡੇ ਕੋਲ ਇੱਥੇ ਇੰਨੀ ਉਪਜਾਊ ਧਰਤੀ ਆ। ਸਾਡੇ ਕੋਲੇ ਇੰਡੀਆ ਵਿੱਚ ਕਿਹੜੀ ਕਮੀ ਆ? ਪੁਰਾਣੇ ਟਾਈਮਾਂ ਦੇ ਵਿੱਚ ਦੁਨੀਆ ਭਰ ਦੇ ਲੋਕ ਪੰਜਾਬ 'ਚ ਪਹੁੰਚਦੇ ਹੁੰਦੇ ਸੀ ਜਾਂ ਇੰਡੀਆ 'ਚ ਪਹੁੰਚਦੇ ਹੁੰਦੇ ਸੀ ਕਿਉਂਕਿ ਅਮੀਰ ਸੀ। ਉਦੋਂ ਸਾਡੇ ਜਿਹੜੇ ਰਾਜ ਕਰਨ ਵਾਲੇ ਉਹ ਚੰਗੇ ਲੋਕ ਸੀ, ਉਹ ਲੋਕਾਂ ਬਾਰੇ ਕੁਝ ਸੋਚਦੇ ਸੀ, ਬੇਸ਼ੱਕ ਰਾਜੀ ਸੀ।
ਹੁਣ ਜਦੋਂ ਹੌਲੀ ਹੌਲੀ ਡਿਟੋਰੀਏਟ ਹੁੰਦਾ ਗਿਆ ਸਿਸਟਮ ਖਤਮ ਹੋ ਗਿਆ, ਹੁਣ ਉਹਦੇ ਵਿੱਚ ਕੁਝ ਨਹੀਂ ਬਚਿਆ। ਉਸ ਕਰਕੇ ਆਪਣਾ ਜਿਹੜਾ ਰੁਪਈਆ ਡਾਊਨ ਹੋਣਾ, ਆਪਣਾ ਜਿਹੜਾ ਇਕਨੋਮੀ ਖਤਮ ਹੋਣਾ, ਆਪਣੇ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਕਿੰਨੇ ਬੱਚੇ ਨੇ ਜਿਹੜੇ ਕਿ ਆਈਲੈਟਸ ਕਰਕੇ ਬਾਹਰ ਨੂੰ ਤੁਰੇ ਜਾਂਦੇ ਨੇ। ਕੀ ਕਾਰਨ ਆ? ਕਿਸੇ ਵੀ ਜੱਟ ਦਾ ਬੱਚਾ ਬਾਹਰ ਨੂੰ, ਕਿਸੇ ਨੂੰ ਲਾ ਲਓ +2 ਦੇ ਲੈਵਲ ਤੇ, ਸ਼ਾਇਦ ਜੇ ਰਹਿ ਗਿਆ ਤਾਂ ਰਹਿ ਗਿਆ, ਨਹੀਂ ਤਾਂ ਆਈਲੈਟਸ ਕਰਕੇ ਕੈਨੇਡਾ ਪਹੁੰਚਿਆ। ਕੀ ਗੱਲ? ਖੇਤੀ, ਇਹ ਉਹੀ ਖੇਤੀ ਪ੍ਰਧਾਨ ਦੇਸ਼ ਹੈ ਜਿਹਨੇ ਹਰੀ ਕ੍ਰਾਂਤੀ ਲਿਆਂਦੀ ਹੈ, ਜਿਹਨੇ ਸਾਰਾ ਕੁਝ ਕਰਿਆ। ਉਹਦੇ ਜਵਾਕ ਪੈਸੇ ਪੰਜਾਬ ਦੇ ਲਾ ਲਾ ਕੇ ਜ਼ਮੀਨ ਵੇਚ ਕੇ ਬਾਹਰ ਨੂੰ ਤੁਰੇ ਜਾਂਦੇ ਨੇ। ਠੀਕ ਹੈ ਨਾ? ਉਹ ਇਹ ਕਿੱਥੇ ਨਾ ਕਿਤੇ ਸਰਕਾਰਾਂ ਦਾ ਹੀ ਫੇਲੀਅਰ ਆ ਨਾ। ਜਿਹਦੇ ਕੋਲ ਵਿਚਾਰੇ ਕੋਲ ਨਹੀਂ ਪੈਸੇ, ਉਹੀ ਨਹੀਂ ਜਾ ਸਕਦਾ, ਅਦਰਵਾਈਜ਼ ਆਈਲੈਟਸ ਕਰਕੇ ਸਾਰੇ ਤੁਰੇ ਜਾਂਦੇ ਨੇ। ਹੁਣ ਜਿਹੜੇ ਆ ਕਾਨੂੰਨ ਲੈ ਕੇ ਆਏ ਨੇ, ਉਹਦੇ ਮੁਤਾਬਿਕ ਤਾਂ ਮੇਰੇ ਖਿਆਲ ਕਹਿੰਦਾ ਵੀ ਜਿਹੜੇ ਵੱਡੇ ਕਿਸਾਨ ਨੇ ਉਹ ਵੀ ਹੁਣ ਕੁਛ ਹੱਦ ਤੱਕ ਸੋਚਣ ਲੱਗ ਜਾਣਗੇ ਵੀ ਯਾਰ ਨਿਕਲੀਏ ਇੱਥੋਂ। ਜੇ ਕੰਟਰੈਕਟ ਫਾਰਮਿੰਗ ਆ ਗਈ ਜਾਂ ਕੁਛ ਇਦਾਂ ਦਾ ਆ ਗਿਆ, ਨਿਕਲੀਏ ਇਸ ਦੇਸ਼ ਚੋਂ, ਫੇਰ ਹੀ ਕਿਤੇ ਗੱਲ ਬਣੂਗੀ ਜਾ ਕੇ, ਫੇਰ ਆਪਣੀ ਜ਼ਿੰਦਗੀ ਚੰਗੇ ਥਾਂ ਤੇ ਜੀਏ ਜਾ ਕੇ। ਨਾਲ ਵੀਰ ਨੇ, ਇਹਨਾਂ ਨਾਲ ਕਰਦੇ ਆ ਗੱਲ। ਹਾਂਜੀ, ਕੀ ਨਾਮ ਆ ਵੀਰ ਜੀ ਆਪਣਾ? ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ, ਪਿੰਡ ਰੈਖਾਨਾ, ਜ਼ਿਲ੍ਹਾ ਬਠਿੰਡਾ ਜੀ। ਬਠਿੰਡੇ ਤੋਂ ਆਏ ਹੋ ਜੀ ਤੁਸੀਂ? ਬਠਿੰਡੇ ਤੋਂ ਆਏ ਜੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਮੋਦੀ ਨੇ ਕਾਨੂੰਨ ਪਾਸ ਕੀਤੇ ਨੇ? ਇਹ ਸਿਰਫ ਤੇ ਸਿਰਫ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜੀ। ਸਮੁੱਚੇ ਭਾਰਤ ਦੇ ਇਹਦੇ ਨਾਲ ਇਕੱਲੇ ਕਿਸਾਨ ਨਹੀਂ ਪ੍ਰਭਾਵਿਤ ਹੋਣੇ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੀ। ਇਹਦੇ ਨਾਲ ਜਿੰਨੇ ਵੀ ਖਪਤਕਾਰ ਨੇ, ਚਾਹੇ ਉਹ ਟਰਾਂਸਪੋਰਟਰ ਨੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਆੜਤੀਏ ਨੇ, ਵਪਾਰੀ ਨੇ, ਸਾਰਿਆਂ ਦੇ ਮਤਲਬ ਇਸ ਚੀਜ਼ ਨਾਲ ਇਫੈਕਟ ਪੈਣਾ, ਪ੍ਰਭਾਵਿਤ ਹੋਣੇ ਜੀ। ਇਹ ਹਰੇਕ ਲਈ ਮਾਰੂ ਸਾਬਤ ਹੋਣੇ ਆ ਜੀ। ਸੋ ਇਸ ਕਰਕੇ ਇਕੱਲਾ ਕਿਸਾਨ ਹੀ ਨਹੀਂ ਮਤਲਬ ਇਸ ਲੋਕ ਲਹਿਰ ਦਾ ਹਿੱਸਾ ਬਣ, ਮੈਂ ਕਹਿੰਦਾ ਵੀ ਜਿਹੜੇ ਬਾਕੀ ਤਬਕੇ ਨੇ ਉਹਨਾਂ ਨੂੰ ਵੀ ਬਣਨਾ ਚਾਹੀਦਾ, ਕਿਉਂਕਿ ਸਾਰੇ ਕਿਸਾਨ ਨਾਲ ਜੁੜੇ ਹੋਏ ਮੁੱਦੇ ਨੇ, ਉਹ ਵੀ ਕਿਤੇ ਨਾ ਕਿਤੇ ਜਾ ਕੇ ਪ੍ਰਭਾਵਿਤ ਹੋਣਗੇ। ਕਿਉਂਕਿ ਜਦੋਂ ਸਰਕਾਰੀ ਖਰੀਦ ਟੁੱਟ ਗਈ, ਜਿਹੜੇ ਇਹਨਾਂ ਦੇ ਰੇਟ ਨੇ ਫਿਰ ਉਹ ਮਨਮਰਜ਼ੀ ਦੇ ਹੋਣਗੇ ਜੀ। ਠੀਕ ਹੈ, ਸੋ ਇਸ ਕਰਕੇ ਸਾਰਿਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ। ਤੁਸੀਂ ਵੀਰ ਜੀ ਇੱਥੇ ਆਏ ਹੋ ਸਿੰਗਰਾਂ ਕਰਕੇ ਆਏ ਹੋ ਜਾਂ ਕਿਸਾਨੀ ਦੇ ਮੁੱਦੇ ਨੇ ਜਿਹੜੇ ਸਿੰਗਰਾਂ ਕਰਕੇ ਵੀ, ਕਈ ਨੌਜਵਾਨ ਇਦਾਂ ਦੇ ਸਿੰਗਰਾਂ ਕਰਕੇ ਵੀ ਪਹੁੰਚੇ ਹੋਣੇ? ਨਹੀਂ, ਚਲੋ ਜਿਹੜੇ ਸਿੰਗਰਾਂ ਕਰਕੇ ਆਏ ਆ, ਚਲੋ ਕਿਸੇ ਵੀ ਕਰਕੇ ਆਏ ਆ, ਚੰਗੀ ਗੱਲ ਆ ਜੀ। ਪਰ ਅਸੀਂ ਇੱਥੇ ਸਿੰਗਰਾਂ ਕਰਕੇ ਨਹੀਂ ਆਏ ਜੀ। ਅਸੀਂ ਇੱਕ ਸੋਚ ਨੂੰ ਲੈ ਕੇ, ਇੱਕ ਸਮਝ ਨੂੰ ਲੈ ਕੇ ਜੀ, ਆਪਦੀ ਉਸ ਬੁੱਧੀ ਦੇ ਅਕੋਰਡਿੰਗ ਇੱਥੇ ਆਏ ਆ ਜੀ। ਕਿਉਂਕਿ ਅਸਲ ਦੇ ਵਿੱਚ ਜਿਹੜੀ ਇਹ ਕਹਾਣੀ ਆ ਜੀ 1991 ਤੋਂ ਸ਼ੁਰੂ ਹੋਈ ਆ, ਜਦੋਂ ਨਰਸਿਮਹਾ ਰਾਓ ਸਰਕਾਰ ਸੀ ਸੈਂਟਰ ਦੇ ਵਿੱਚ ਜੀ। ਉਹਨਾਂ ਨੇ ਇੱਕ ਗੈਟ ਸਮਝੌਤਾ ਜਿਹਨੂੰ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ, ਇਹ ਉਦੋਂ ਤੋਂ ਨੀਤੀਆਂ ਪਾਲਿਸੀਆਂ ਲਾਗੂ ਹੁੰਦੀਆਂ ਤੁਰੀਆਂ ਆਉਂਦੀਆਂ। ਉਹ ਚਾਹੇ ਸੈਂਟਰ ਦੇ ਵਿੱਚ ਕਿਸੇ ਵੀ ਸਰਕਾਰ ਰਵੇ, ਚਾਹੇ ਸਟੇਟ ਸਰਕਾਰਾਂ ਨੇ ਵੀ ਉਹਨਾਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕੀਤਾ, ਚਾਹੇ ਅਕਾਲੀ ਕਾਂਗਰਸ ਦੀ ਗੱਲ ਕਰੀਏ ਆਪਾਂ ਪੰਜਾਬ 'ਚ। ਸੋ ਇਸ ਕਰਕੇ ਹੁਣ ਜਿਹੜਾ ਇੱਕ ਤਾਂ ਹੁੰਦੇ ਆ ਜੀ ਰੈਸ਼ਨਲ ਕਾਜ਼ਜ਼, ਇੱਕ ਹੁੰਦੇ ਐਕਸੀਡੈਂਟ ਕਾਜ਼ਜ਼। ਇਹ ਉਹ ਸਾਰੀਆਂ ਨੀਤੀਆਂ ਪਾਲਿਸੀਆਂ ਦਾ ਗੁੱਸਾ ਜਿਹੜਾ ਹੁਣ ਇੱਕ ਘਟਨਾ ਕਹਿ ਲਓ ਜਾਂ ਇਹ ਬਿੱਲਾਂ ਦੇ ਰੂਪ ਦੇ ਵਿੱਚ ਨਿਕਲ ਗਿਆ। ਤੇ ਗੁੱਸਾ ਤਾਂ ਲੋਕਾਂ ਨੂੰ ਉਦੋਂ ਤੋਂ ਹੀ ਆ, ਕਿਉਂਕਿ ਜਿਹੜੇ ਬੁੱਧੀਜੀਵੀ ਸੀ ਉਦੋਂ ਉਹਨਾਂ ਨੇ ਬਹੁਤ ਰੌਲਾ ਪਾਇਆ ਸੀ ਵੀ ਇਸ ਤਰ੍ਹਾਂ ਹੋਣਾ, ਇਸ ਤਰ੍ਹਾਂ ਹੋਣਾ, ਆਹ ਨੀਤੀਆਂ ਪਾਲਿਸੀਆਂ, ਸਰਕਾਰੀ ਖਰੀਦਾਂ ਟੁੱਟਣੀਆਂ ਨੇ, ਪਰ ਉਦੋਂ ਲੋਕਾਂ ਨੇ ਨਹੀਂ ਸਮਝੀ। ਪਰ ਅੱਜ ਜਦੋਂ ਹੁਣ ਸਾਡੀ ਸਟੈਪ ਬਾਈ ਸਟੈਪ, ਪਹਿਲਾਂ ਉਹਨਾਂ ਨੇ ਸਾਡੇ ਗਿੱਟੇ ਫੜੇ, ਫਿਰ ਲੱਤਾਂ ਫੜੀਆਂ, ਫਿਰ ਲੱਕ ਨੂੰ ਹੱਥ ਪਾਇਆ, ਹੁਣ ਤਾਂ ਸਾਡੀ ਸੰਗੀ ਨੂੰ ਧੌਣ ਨੂੰ ਹੱਥ ਪਾਇਆ ਜੀ। ਤੇ ਪਰ ਜੇ ਹਜੇ ਵੀ ਨਹੀਂ ਅਸੀਂ ਉੱਠਾਂਗੇ ਤਾਂ ਫਿਰ ਤਾਂ ਇਸ ਤੋਂ ਬਾਅਦ ਉੱਠਣ ਦਾ ਮੌਕਾ ਵੀ ਸ਼ਾਇਦ ਨਾ ਦੇਣੇ ਆਪਾਂ। ਇਹ ਹੈ ਜੀ। ਜੇ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਕਾਲੀ ਦਲ ਕਹਿੰਦੇ ਨੇ ਵੱਡੀ ਕੁਰਬਾਨੀ ਦੇਤੀ। ਜਿਹੜੀ ਤਾਂ ਅਕਾਲੀ ਦਲ ਦੀ ਜਿਹੜੀ ਗੱਲ ਕਰੀਏ ਆਪਾਂ ਜੀ, ਇਹੀ ਬਾਦਲ, ਇਹੀ ਸੁਖਬੀਰ ਤੇ ਇਹੀ ਬੀਬਾ ਜੀ ਇਸ ਤੋਂ ਪਹਿਲਾਂ ਇਹ ਕਹਿੰਦੇ ਰਿਹਾ ਕਿ ਜਿਹੜੇ ਬਿੱਲ ਹੈ ਕਿਸਾਨ ਪੱਖੀ ਨੇ ਜੀ। ਸੁਖਬੀਰ ਬਾਦਲ ਚਿੱਠੀ ਲੈ ਕੇ ਨਰਿੰਦਰ ਤੋਮਰ ਜਿਹੜਾ ਕੇਂਦਰ ਦਾ ਮੰਤਰੀ ਹੈ ਉਹਦੀ ਚਿੱਠੀ ਲੈ ਕੇ ਕਹਿੰਦਾ ਸੀ ਲਿਆਓ, ਮੈਂ ਦੱਸੋ ਕਿੱਥੇ ਸੁਧਾਰ ਕਰਨਾ, ਕੋਈ ਲੈਣ ਬਦਲਣੀਆਂ ਬਦਲ ਦਿੰਦੇ ਆ। ਜਦੋਂ ਵਿਰੋਧ ਖੜਾ ਹੋਇਆ, ਇਹਨਾਂ ਨੂੰ ਪਤਾ ਵੀ ਇਲੈਕਸ਼ਨ ਆ ਰਹੀ ਹੈ ਤੇ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਤਾ, ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਨੇ, ਇਹਨਾਂ ਦੀ ਮਜਬੂਰੀ ਬਣ ਗਈ। ਉਹ ਕੋਈ ਮਤਲਬ ਕਹਿ ਲਓ ਵੀ ਕੁਰਬਾਨੀ ਦੇ ਤੌਰ ਤੇ ਨਹੀਂ, ਇੱਕ ਮਜਬੂਰੀ ਦੇ ਵਿੱਚ ਅਸਤੀਫਾ ਦਿੱਤਾ ਉਹਨਾਂ ਨੇ। ਔਰ ਨਾਲ ਹੀ ਜਿਵੇਂ ਰਾਹੁਲ ਗਾਂਧੀ ਦੀ ਗੱਲ ਕਰਾਂ, ਵੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆ ਕੇ ਕਹਿ ਰਿਹਾ ਕਿ ਮੈਨੂੰ ਬੜਾ ਡਰ ਵਾ, ਮੈਂ ਵਿਰੋਧ ਕਰਦਾ, ਤੇ ਤੂੰ ਸੈਂਟਰ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਬੈਠਾ, ਉੱਥੇ ਖੇਤੀਬਾੜੀ ਮੰਤਰੀ ਦਾ ਘਿਰਾਓ ਕਰ ਲਾ, ਮੋਦੀ ਦਾ ਘਿਰਾਓ ਕਰ ਲਾ, ਉੱਥੇ ਧਰਨਾ ਲਾ ਲਓ, ਹਨਾ। ਸੋ ਇਹ ਸਿਰਫ ਇੱਕ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਦਾ ਸਿਰਫ ਇੱਕ ਡਰਾਮੇਬਾਜ਼ੀਆਂ ਕਰ ਰਹੀਆਂ। ਜੇ ਕੋਈ ਦਰਦ ਆ, ਕੋਈ ਦੁੱਖ ਆ, ਉਹ ਕਿਸਾਨਾਂ ਨੂੰ ਜਾਂ ਜਿਹੜੇ ਕੋਈ ਹੋਰ ਤਬਕੇ ਨੇ, ਚਾਹੇ ਉਹ ਕਲਾਕਾਰ ਵੀ ਚਲੋ ਸਪੋਰਟ ਦੇ ਵਿੱਚ ਆਇਆ, ਚੰਗੀ ਗੱਲ ਆ, ਵਧੀਆ ਗੱਲ ਆ, ਇਹ ਉਹਨਾਂ ਨੂੰ ਦਰਦ ਆ ਜੀ। ਉਹਦਾ ਸਿਰਫ ਇੱਕ ਦਿਖਾਵਾ ਕਰਦੀਆਂ, ਡਰਾਮੇਬਾਜ਼ੀਆਂ ਕਰਦੀਆਂ। ਜੇ ਗੱਲ ਦਲੇਰ ਮਹਿੰਦੀ ਦੀ ਕੀਤੀ ਜਾਵੇ, ਦਲੇਰ ਮਹਿੰਦੀ ਕਹਿੰਦਾ ਮੈਂ ਕਿਸਾਨ ਦਾ ਪੁੱਤਰ ਹਾਂ, ਕਣਕ ਤੇ ਸਰੋਂ ਹੱਥ 'ਚ ਫੜ ਕੇ ਕਹਿੰਦਾ ਮੇਰੇ ਖੇਤਾਂ 'ਚ ਸ਼ਕਰਕੰਦੀ ਵੀ ਲਾਈ ਆ, ਹੋਰ ਕਈ ਸਬਜ਼ੀਆਂ ਦੇ ਨਾਮ ਲਿੱਤੇ, ਇਹ ਲਾਇਆ ਹੈ, ਤੇ ਉਹ ਕਹਿੰਦਾ ਇਹ ਬਿੱਲ ਬਹੁਤ ਚੰਗੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿਹੜੀ ਐ ਤਾਂ ਸੰਨੀ ਦਿਓਲ ਵੀ ਪੱਖ 'ਚ ਬੋਲ ਗਿਆ, ਇਹ ਵੀ ਬੋਲ ਗਿਆ, ਇੱਕ ਦੋ ਕਲਾਕਾਰ ਜਾਂ ਹੋਰ ਜਿਹੜੇ ਸਟਾਰ ਉਹ ਵੀ ਬੋਲੇ ਆ। ਉਹਦੇ 'ਚ ਇਹ ਆ ਵੀ ਮੋਦੀ ਵੀ ਕਹਿ ਰਿਹਾ, ਹਾਲਾਂਕਿ ਖੇਤੀਬਾੜੀ ਮੰਤਰੀ ਵੀ ਕਹਿ ਰਿਹਾ ਕਿ ਇਹ ਕਿਸਾਨਾਂ ਦੇ
ਫਾਇਦੇ ਦੇ ਵਿੱਚ ਆ, ਬਹੁਤ ਸੁਧਾਰ ਹੋਣਾ। ਅਸੀਂ ਇੱਕ ਕ੍ਰਾਂਤੀਕਾਰੀ ਲਿਆਂਦੀ ਸੀ ਜਿਹੜਾ 26 ਸਾਲਾਂ 'ਚ ਨਹੀਂ ਹੋਇਆ, ਉਹ ਅਸੀਂ ਕਰਤਾ, ਸੁਧਾਰ ਕਰਤਾ। ਮੋਦੀ ਦੀ ਗੱਲ ਤੇ ਲੋਕ ਕਿਸ ਤਰ੍ਹਾਂ ਯਕੀਨ ਕਰਨ ਜੀ? ਕਿਉਂਕਿ ਐਮਐਸਪੀ ਦੀ ਜਿਹੜੀ ਗੱਲ ਆ ਉਹਦੇ ਤਾਂ ਕੋਈ ਗੱਲ ਹੀ ਨਹੀਂ ਕਰ ਰਹੇ ਹੋ। ਬਾਕੀ ਕਹਿਣੀ ਤੇ ਕਰਨ ਦੇ ਵਿੱਚ ਕਿੰਨਾ ਕੁ ਫਰਕ ਹੈ। ਤੁਸੀਂ ਦੇਖੋ ਜਦੋਂ GST ਲੈ ਕੇ ਆਏ ਉਦੋਂ ਵੀ ਕਹਿੰਦੇ ਸੀ ਬਹੁਤ ਵੱਡਾ ਸੁਧਾਰ ਹੋਊਗਾ, ਪਰ ਮੈਂ ਸੋਨੂੰ ਜਾਂ ਸਮੂਹ ਲੋਕਾਂ ਨੂੰ ਪੁੱਛਦਾ, ਦੱਸੋ ਕਿੰਨਾ ਕੁ ਸੁਧਾਰ ਹੋ ਗਿਆ ਜੀ? ਫਿਰ ਇਹ ਨੋਟਬੰਦੀ ਲੈ ਕੇ ਆਏ, ਕਹਿੰਦੇ ਵੀ ਇੱਕ 100 ਦਿਨ ਦੇ ਦਿਓ ਜੀ, 100 ਦਿਨਾਂ 'ਚ ਕਾਲਾ ਧਨ ਸਾਰਾ ਬਾਹਰ ਲਿਆਵਾਂਗੇ। ਅੱਜ 3-4 ਸਾਲ ਹੋ ਗਏ, ਦੱਸੋ ਕਿਹੜਾ ਕਾਲਾ ਧਨ ਬਾਹਰ ਆਇਆ ਹਨਾ? ਫਿਰ ਕਿਤੇ ਕਹਿੰਦੇ ਸੀ ਸਰਜੀਕਲ ਸਟ੍ਰਾਈਕ ਕੀਤਾ ਜੀ ਅਸੀਂ, ਪਾਕਿਸਤਾਨ ਵਾਲਿਆਂ ਨੇ ਐਂ ਕਰਤਾ ਜੀ, ਗੁਆਂਢੀ ਮੁਲਕ ਨਾਲ ਹਨਾ। ਜੇ ਕੋਈ ਲਾਸਾਂ ਦੀ ਗੱਲ ਕਰਦਾ ਵੀ ਕਿੱਥੇ ਆ, ਉਹ ਕੁਛ ਨਹੀਂ। ਮਤਲਬ ਜਾਂ ਕਹਿੰਦੇ ਸੀ 15-15 ਲੱਖ ਰੁਪਇਆ ਅਸੀਂ ਇੱਕ ਦੇ ਖਾਤੇ ਦੇ ਵਿੱਚ ਪਾ ਦਿਆਂਗੇ, ਦੱਸੋ ਕਿਹਦੇ ਖਾਤੇ ਦੇ ਵਿੱਚ ਆਏ ਜੀ? ਸੋ ਇਹਨਾਂ ਕੋਲੇ ਸਿਰਫ ਡਰਾਮੇਬਾਜ਼ੀਆਂ, ਝੂਠ ਆ, ਇਸ ਤੋਂ ਵੱਧ ਹੋਰ ਕੁਛ ਨਹੀਂ ਹੈਗਾ। ਤੇ ਲੋਕ ਯਕੀਨ ਕਿਉਂ ਕਰਨ? ਕਿਉਂਕਿ ਹੁਣ ਤੱਕ ਇੱਕ ਵੀ ਗੱਲ ਦੇ ਉੱਤੇ ਮੋਦੀ ਨੇ ਮਤਲਬ ਕੋਈ ਗੱਲ ਖਰੀ ਕੀਤੀ ਆ ਤਾਂ ਦੱਸੋ। ਠੀਕ ਹੈ। ਜੇ ਗੱਲ ਕੀਤੀ ਜਾਵੇ ਮੋਦੀ ਦੇ ਜਿਹੜੇ ਵਰਕਰ ਨੇ, ਆਗੂ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਹੈ ਪਾਰਟੀ ਵੱਲੋਂ ਬਈ ਤੁਸੀਂ ਪਿੰਡਾਂ 'ਚ ਜਾਓ। ਲੋਕ ਰਾਜਨੀਤਿਕ ਪਾਰਟੀਆਂ ਕਾਂਗਰਸ ਦੇ ਪਿੱਛੇ ਲੱਗ ਕੇ ਸੰਘਰਸ਼ ਲੜ ਰਹੇ ਨੇ, ਧਰਨੇ ਦੇ ਰਹੇ ਨੇ, ਤੁਸੀਂ ਉਹਨਾਂ ਨੂੰ ਸਮਝਾਓ। ਤੁਹਾਨੂੰ ਲੱਗਦਾ ਹੈ ਇਹ ਸੰਘਰਸ਼ ਕਾਂਗਰਸ ਦੇ ਪਿੱਛੇ ਲੱਗ ਕੇ ਕਰ ਰਹੇ ਨੇ ਕਿਸਾਨ, ਜਾਂ ਉਹਨਾਂ ਆਗੂਆਂ ਨੂੰ ਪਿੰਡਾਂ 'ਚ ਲੋਕ ਵੜਨ ਦੇਣਗੇ? ਬਿਲਕੁਲ ਵੀ ਨਹੀਂ। ਇਹ ਬਾਇਆਤ ਗੱਲ ਆ, ਫਜ਼ੂਲ ਗੱਲ ਹੈ। ਕਿਸਾਨਾਂ ਦੇ ਵਿੱਚ ਦਰਦ ਹੈ, ਤਕਲੀਫ ਹੈ ਉਸ ਰੋਸ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੇ ਸਾਡੇ ਹੱਕ ਆ ਉਹ ਸੁਰੱਖਿਅਤ ਨਹੀਂ ਹੈਗੇ, ਕਿਸਾਨੀ ਖਤਮ ਹੋ ਜਾਣੀ ਆ। ਮੈਂ ਇੱਕ ਛੋਟਾ ਜਿਹਾ ਸਵਾਲ ਕਰਦਾ ਤੁਹਾਨੂੰ, ਸੈਂਟਰ ਗਵਰਨਮੈਂਟ ਤੇ ਜਾ ਕੇ ਸਾਈਟ ਤੇ ਜਾ ਕੇ ਚੈੱਕ ਕਰੋ, ਨੈਸ਼ਨਲ ਉਹਨਾਂ ਦੀ ਸਕਿੱਲ ਪਾਲਿਸੀ ਆ ਇੱਕ, ਉਹਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਹੁਣ ਤੱਕ 97% ਜਿਹੜੇ ਕਿਸਾਨ ਆ ਉਹ ਖੇਤੀ ਕਰ ਰਹੇ ਆ, ਤੇ 2022 ਦੇ ਵਿੱਚ ਸਵਾ ਸਾਲ ਤੱਕ ਉਹਨਾਂ ਨੇ 38% ਤੇ ਲਿਆਉਣੇ ਆ। 19% ਕਿਸਾਨਾਂ ਕੋਲੋਂ ਜ਼ਮੀਨ ਖੋਹ ਲੈਣੀ ਆ। ਇਹ ਮੈਂ ਨਹੀਂ ਕਹਿੰਦਾ, ਇਹ ਸੈਂਟਰ ਗਵਰਨਮੈਂਟ ਦੀ ਨੈਸ਼ਨਲ ਪਾਲਿਸੀ ਕਹਿੰਦੀ ਆ, ਜਿਹੜੀ ਸਕਿੱਲ ਪਾਲਿਸੀ ਆ। ਫਿਰ ਅਸੀਂ ਕਿਵੇਂ ਯਕੀਨ ਕਰੀਏ? ਤੇ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਵੀ ਇਹ ਕਾਂਗਰਸ ਵਿਰੋਧ ਉਹ ਕਰ ਰਿਹਾ, ਲੋਕ ਤਾਂ ਖੁਦ ਕਾਂਗਰਸੀਆਂ ਨੂੰ ਘੇਰ ਰਹੇ ਆ। ਆਪਣੇ ਪੰਜਾਬ ਦੇ ਵਿੱਚ ਕੱਲ ਖੁਦ ਗੁਰਪ੍ਰੀਤ ਕਾਂਗੜ ਬਰਨਾਲੇ ਦੇ ਵਿੱਚ ਉਹਨਾਂ ਨੂੰ ਘੇਰਿਆ ਉਹਨਾਂ ਨੇ, ਕਿਉਂਕਿ ਜੇ ਉਹਦੀ ਸਪੋਰਟ ਤੇ ਆਏ ਹੁੰਦੇ ਫਿਰ ਉਹਦਾ ਕਿਉਂ ਵਿਰੋਧ ਕਰਦੇ? ਲੋਕ ਕਾਲੀਆਂ ਮਗਰ ਪੈ ਰਹੇ ਨੇ। ਸੋ ਇਹ ਕੋਈ ਰਾਜਨੀਤਿਕ ਪਾਰਟੀ ਕਰਕੇ ਵਿਰੋਧ ਨਹੀਂ ਹੋ ਰਿਹਾ, ਇੱਕ ਦਰਦ ਦੇ ਵਿੱਚ ਉਹਨਾਂ ਦੀ ਹੋਂਦ ਖਤਰੇ ਦੇ ਵਿੱਚ ਆ ਕਿਸਾਨਾਂ ਦੀ, ਉਹਨਾਂ ਦੇ ਮਤਲਬ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਨਹੀਂ ਹੈਗਾ, ਇਸ ਕਰਕੇ ਅਸੀਂ ਲੜ ਰਹੇ ਹਾਂ, ਨਾ ਕਿ ਕਿਸੇ ਰਾਜਨੀਤਿਕ ਪਾਰਟੀ ਕਰਕੇ, ਕਿਉਂਕਿ ਰਾਜਨੀਤਿਕ ਪਾਰਟੀ ਨੇ ਖੁਦ ਬਾਈਕਾਟ ਕਰ ਰਹੇ। ਇਹ ਫਜ਼ੂਲ ਗੱਲ ਆ ਜੀ ਉਹਨਾਂ ਦੀ। ਜੇ ਜ਼ਮੀਨਾਂ ਦੀ ਗੱਲ ਕੀਤੀ ਜਾਵੇ, ਕਿਸਾਨਾਂ ਨੇ ਬੰਜਰ ਜ਼ਮੀਨਾਂ ਉਪਜਾਊ ਬਣਾਈਆਂ ਨੇ, ਕਈ ਇਲਾਕਿਆਂ 'ਚ ਟਿੱਬੇ ਸੀਗੇ, ਕਿਤੇ ਕੱਲਰ ਸੀਗੇ, ਉਹਨਾਂ ਨੂੰ ਉਪਜਾਊ ਖੇਤੀਯੋਗ ਬਣਾਇਆ, ਫਸਲਾਂ ਹੋ ਰਹੀਆਂ ਨੇ। ਤੁਹਾਨੂੰ ਲੱਗਦਾ ਪੰਜਾਬ ਦਾ ਕਿਸਾਨ ਇਹਨਾਂ ਨੂੰ ਇਦਾਂ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਦੂਗਾ? ਜਿਹੜੇ ਸਾਡੇ ਕਿਸਾਨ ਕਹਿ ਲਓ ਜਾਂ ਜ਼ਿਮੀਂਦਾਰ ਕਹਿ ਲਓ ਜੀ, ਜਾਂ ਜੱਟ ਭਾਈਚਾਰਾ ਕਹਿ ਲਓ, ਅਸੀਂ ਤਾਂ ਜ਼ਮੀਨਾਂ ਦੇ ਉਂਗਲਾਂ ਪਿੱਛੇ, ਟੋਟਿਆਂ ਪਿੱਛੇ ਆਪਦੇ ਭਾਈ ਦਾ ਗੱਲ ਵੜ ਦਿੰਦੇ ਜੀ। ਤੇ ਮੋਦੀ ਕੀ ਸੋਚਦਾ ਵੀ ਅਸੀਂ ਮੋਦੀ ਨੂੰ ਖੇਤਾਂ 'ਚ ਵੜਨ ਦੇਵਾਂਗੇ? ਇਹ ਕਦੇ ਵੀ ਨਹੀਂ ਹੋ ਸਕਦਾ। ਹਾਂ, ਜਿਉਂਦੇ ਜਿਉਂਦੇ ਤਾਂ ਨਹੀਂ ਹੋ ਸਕਦਾ, ਸਾਰੇ ਪੰਜਾਬ ਦੇ ਲੋਕਾਂ ਨੂੰ ਮਾਰ ਕੇ ਹੋ ਜੇ ਤਾਂ ਉਹ ਮੈਂ ਕਹਿ ਨਹੀਂ ਸਕਦਾ ਜੀ। ਜਿਉਂਦੇ ਜਿਉਂਦੇ ਨਹੀਂ ਹੋਊਗਾ ਇਹ ਜੀ। ਹਾਂਜੀ, ਜੇ ਗੱਲ ਕਰੀ ਜਾਵੇ ਪੰਜਾਬ ਦੇ ਨੌਜਵਾਨਾਂ ਦੀ, ਤੁਹਾਡੇ 'ਚ ਦਰਦ ਆ ਪੰਜਾਬ ਪ੍ਰਤੀ, ਤੁਸੀਂ ਫਿਰ ਵੀ ਬਠਿੰਡੇ ਤੋਂ ਇੱਥੇ ਪਹੁੰਚੇ ਹੋ, ਪਰ ਅੱਜ ਵੀ ਏਰੀਏ 'ਚ ਕਈ ਇਦਾਂ ਦੇ ਨੌਜਵਾਨ ਨੇ, ਵੱਖ-ਵੱਖ ਏਰੀਆ 'ਚ ਦੇਖੇ ਜਾਂਦੇ, ਪਿੰਡਾਂ 'ਚ ਬੈਠ ਕੇ ਤਾਸ਼ ਖੇਡਦੇ ਨੇ, ਆਪਣਾ ਟਾਈਮ ਗਲਤ ਕੰਮਾਂ 'ਚ ਖਰਾਬ ਕਰਦੇ ਨੇ। ਲੱਗਦਾ ਨਹੀਂ ਉਹਨਾਂ ਨੂੰ ਇਹਨਾਂ ਸੰਘਰਸ਼ਾਂ 'ਚ ਹਿੱਸਾ ਲੈਣਾ ਚਾਹੀਦਾ? ਅਸਲ ਦੇ ਵਿੱਚ ਨਾ ਜੀ ਅਸੀਂ ਵਾਰੀ ਡਿੱਕਣ ਲੱਗ ਗਏ ਨੇ। ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਹੁਣ ਕਿਸਾਨ ਤੇ ਕਸੀਮਤਾ ਮਜ਼ਦੂਰਾਂ ਤੇ ਇਹਦਾ ਅਸਰ ਨਹੀਂ ਹੋਣਾ, ਜਾਂ ਕੋਈ ਦੁਕਾਨਦਾਰ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਦਾ ਮਸਲਾ, ਜਾਂ ਦੁਕਾਨਦਾਰਾਂ ਤੇ ਆਵੇ ਆਪਾਂ ਨੂੰ ਹੁੰਦਾ ਵੀ ਉਹਨਾਂ ਦਾ ਮਸਲਾ। ਅਸੀਂ ਵਾਰੀ ਨਾ ਡਿੱਕੀਏ, ਕਿਉਂਕਿ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਉਹ ਸਪਸ਼ਟ ਨੇ। ਕਿਸਾਨੀ ਨੂੰ ਖਤਮ ਕਰਨਾ, ਘੱਟ ਤਬਕਿਆਂ ਨੂੰ ਖਤਮ ਕਰਨਾ, ਘੱਟ ਫਿਰਕੇ ਆ ਜਾਂ ਜਾਤਾਂ ਦੇ ਖਿਲਾਫ, ਉਹ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਜ਼ਿਆਦਾ ਪਤਾ ਜੀ। ਸੋ ਇਸ ਕਰਕੇ ਜੇ ਅਸੀਂ ਇਸ ਵਾਰੀ ਨੂੰ ਉਡੀਕ ਰਹੇ ਹਾਂ ਵੀ ਜਾਂ ਮੇਰਾ ਮਸਲਾ ਨਹੀਂ, ਇਹ ਕਿਸੇ ਹੋਰ ਦਾ ਮਸਲਾ, ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਯਾਰ ਉਹ ਚੀਜ਼ਾਂ ਛੱਡ ਕੇ, ਠੀਕ ਆ, ਜਦੋਂ ਚੰਗਾ ਸਮਾਂ ਆ ਇੰਟਰਟੇਨਮੈਂਟ ਵੀ ਕਰਨਾ ਜ਼ਰੂਰੀ ਹੁੰਦਾ, ਤਾਂਸ ਵੀ ਖੇਡੋ, ਫਿਲਮਾਂ ਵੀ ਦੇਖੋ, ਗੀਤ ਵੀ ਸੁਣੋ, ਮੈਂ ਨਹੀਂ ਕਹਿੰਦਾ ਨਾ ਸੁਣੋ, ਪਰ ਜੋ ਹੁਣ ਸਮਾਂ ਉਹ ਇਹ ਮੰਗ ਕਰਦਾ ਕਿ ਅਸੀਂ ਸੰਘਰਸ਼ਾਂ ਦਾ ਹਿੱਸਾ ਬਣੀਏ। ਕਿਉਂ? ਕਿਉਂਕਿ ਜੇ ਸਾਡੇ ਘਰ ਦੇ ਵਿੱਚ ਸਾਡੀ ਗਲਾ ਘੁੱਟ ਰਿਹਾ ਹੋਵੇ, ਕੋਈ ਸਾਨੂੰ ਮਾਰ ਰਿਹਾ ਹੋਵੇ, ਸਾਡੀ ਹੋਂਦ ਖਤਰੇ ਦੇ ਵਿੱਚ ਹੋਵੇ, ਉਸ ਸਮੇਂ ਦੇ ਵਿੱਚ ਅਸੀਂ ਕਹੀਏ ਕਿ ਅਸੀਂ ਇੰਟਰਟੇਨਮੈਂਟ ਕਰਨਾ, ਸਾਨੂੰ ਟੀਵੀ ਲੈ ਕੇ ਦੋ ਫਿਲਮਾਂ ਦੇਖਣੀਆਂ, ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਸੋ ਅੱਜ ਉਹਨਾਂ ਨੌਜਵਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਹਨਾਂ ਸੰਘਰਸ਼ਾਂ ਦਾ ਹਿੱਸਾ ਬਣੋ। ਜੇ ਗੱਲ ਕੀਤੀ ਜਾਵੇ ਨੌਜਵਾਨਾਂ ਦੀ, ਨੌਜਵਾਨ ਕਾਫੀ ਜੁੜ ਵੀ ਗਏ ਨੇ ਨਾਲ। ਜੇ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਤੁਹਾਨੂੰ ਲੱਗਦਾ ਪੰਜਾਬ ਦੇ ਹਾਲਾਤ ਹੋਰ ਵੀ ਜ਼ਿਆਦਾ ਇਦੋਂ ਗਰਮਾ ਸਕਦੇ ਨੇ? ਬਿਲਕੁਲ ਜੀ, ਕਿਉਂਕਿ ਅਸੀਂ ਪੋਲੀਟੀਕਲ ਸਾਇੰਸ ਪੜ੍ਹੀ ਆ +2 ਦੇ ਵਿੱਚ, BA ਦੇ ਵਿੱਚ ਜਾਂ MA ਦੇ ਵਿੱਚ। ਉਹਦੇ ਵਿੱਚ ਅਸੀਂ ਪੜ੍ਹਦੇ ਸੀਗੇ, ਜਾਂ ਜਿਹੜੇ ਲਾਅ ਦੇ ਸਟੂਡੈਂਟ ਆ ਉਹ ਵੀ ਪੜ੍ਹਦੇ ਸੀ, ਵੀ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਕੀ ਹੁੰਦੀ ਆ, ਵੀ ਡੈਮੋਕ੍ਰੇਸੀ ਇਜ਼ ਟੂ ਦਾ ਪੀਪਲ, ਫਾਰ ਦਾ ਪੀਪਲ, ਬਾਈ ਦਾ ਪੀਪਲ। ਲੋਕਤੰਤਰ ਲੋਕਾਂ ਲਈ, ਲੋਕਾਂ ਵੱਲੋਂ ਤੇ ਲੋਕਾਂ ਦੁਆਰਾ। ਹੁਣ ਰਾਜ ਸਭਾ ਦੇ ਵਿੱਚ ਜਿਹੜੇ 245 ਮੈਂਬਰਾਂ ਦੇ ਵਿੱਚੋਂ ਸਿਰਫ BJP ਦੇ 86 ਸੀਗੇ, ਬਾਕੀ ਦਾ ਬਹੁ ਗਿਣਤੀ 2/3 ਖਿਲਾਫ ਸੀ, ਪਰ ਉਹਦੇ ਬਾਵਜੂਦ ਵੀ ਮਤਲਬ ਬਿੱਲ ਪਾਸ ਹੋ ਗਿਆ।
3.5 ਲੱਖ ਕੇਸ ਪੈਂਡਿੰਗ ਪਿਆ ਜੀ ਵੱਖ-ਵੱਖ ਕੋਰਟਾਂ ਦੇ ਵਿੱਚ, ਜਿਨ੍ਹਾਂ ਦਾ ਹਜੇ ਤੱਕ 30 ਸਾਲ ਹੋ ਗਏ ਫੈਸਲਾ ਨਹੀਂ ਹੋਇਆ ਜੀ। ਪਰ ਇਸ ਆਰਡੀਨੈਂਸ ਨੂੰ ਇਹਨੂੰ ਕਾਨੂੰਨ ਬਣਾਉਣ ਵਾਸਤੇ ਐਤਵਾਰ ਨੂੰ ਵੀ ਮਤਲਬ ਉਹਨਾਂ ਨੇ ਜਿਹੜਾ ਸੈਸ਼ਨ ਬੁਲਾ ਕੇ ਤੇ ਰਾਸ਼ਟਰਪਤੀ ਤੋਂ ਸਾਈਨ ਕਰਾਤੇ ਤੇ ਰਾਸ਼ਟਰਪਤੀ ਨੇ ਸਾਈਨ ਕਰਤੇ ਜੀ। ਸੋ ਇਹਨਾਂ ਗੱਲਾਂ ਤੋਂ ਸਾਫ਼ ਆ ਸਪਸ਼ਟ ਆ ਕਿ ਜਿਹੜੀ ਸਰਕਾਰ ਦੀ ਨੀਤੀ ਆ ਉਹ ਤਾਂ ਹੈਗੀ ਆ ਵੀ ਅਸੀਂ ਇਹ ਇਸ ਤਰ੍ਹਾਂ ਮਤਲਬ ਧੱਕੇ ਨਾਲ ਵੀ ਕਰਾਂਗੇ ਅਸੀਂ ਜੀ। ਪਰ ਪੰਜਾਬ ਦੇ ਲੋਕ ਆ ਜਿਹੜੇ ਜਾਂ ਭਾਰਤ ਦੇ ਲੋਕ ਆ, ਇਹ ਤਾਂ ਇੱਕ ਮੋਦੀ ਆ ਜੀ। ਅਸੀਂ ਅਫਗਾਨੀਆਂ ਨੂੰ ਵੀ ਇੱਥੋਂ ਮਤਲਬ ਉਹਨਾਂ ਨੂੰ ਜਵਾਬ ਦਿੱਤਾ, ਅਸੀਂ ਇਰਾਨੀਆਂ ਨੂੰ ਵੀ ਦਿੱਤਾ, ਅਸੀਂ ਗੋਰੇ ਅੰਗਰੇਜ਼ਾਂ ਨੂੰ ਵੀ ਦਿੱਤਾ ਤੇ ਇਹਨਾਂ ਕਾਲੇ ਨੂੰ ਵੀ ਦੇ ਦੇਵਾਂਗੇ ਜੀ। ਇਹਨਾਂ ਕ ਮਤਲਬ ਜਿਹੜੀ ਪੰਜਾਬ ਦੀ ਜਵਾਨੀ ਕਹਿ ਲਓ ਜਾਂ ਪੰਜਾਬ ਦੇ ਲੋਕ ਕਹਿ ਲਓ, ਉਹਨਾਂ ਦੀਆਂ ਜ਼ਮੀਰਾਂ ਹਜੇ ਪੂਰੀ ਤਰ੍ਹਾਂ ਨਹੀਂ ਮਰੀਆਂ, ਜਾਗਰੂਕ ਹੈ। ਤੁਸੀਂ ਦੇਖੋ ਕਿੱਡਾ ਵੱਡਾ ਇਕੱਠ ਹੈ। ਸੋ ਵਧੀਆ ਗੱਲ ਹੈ ਕਿ ਚੰਗਾ ਸੰਕੇਤ ਆ ਪੰਜਾਬ ਲਈ ਕਿ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਨੌਜਵਾਨ ਵੀ ਮਤਲਬ ਸਾਡੇ ਜਿਹੜੇ ਬਾਪੂ ਕਹਿ ਲਓ, ਸਾਡੇ ਬਜ਼ੁਰਗ ਕਹਿ ਲਓ, ਉਹਨਾਂ ਦਾ ਹਿੱਸਾ ਬਣ ਰਹੇ ਆ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਰਹੇ ਆ ਜੀ। ਹਾਂਜੀ, ਅੱਗੇ ਤੁਸੀਂ ਕੀ ਅਪੀਲ ਕਰਨਗੇ ਉਹ ਨੌਜਵਾਨਾਂ ਨੂੰ? ਨੌਜਵਾਨਾਂ ਨੂੰ ਮੈਂ ਇਹੀ ਅਪੀਲ ਕਰਦਾ ਜੀ ਵੀ ਆਪਸੀ ਸੌਂਕ ਕਹਿ ਲਓ ਜਾਂ ਕੋਈ ਜਿਵੇਂ ਖੇਡਾਂ ਕਹਿ ਲਓ, ਉਹਨਾਂ ਨੂੰ ਪਾਸੇ ਰੱਖ ਕੇ ਕੁਝ ਟਾਈਮ ਲਈ, ਜਦ ਤੱਕ ਇਹ ਬਿੱਲਾਂ ਨੂੰ ਅਸੀਂ ਰੱਦ ਨਹੀਂ ਕਰਵਾ ਦਿੰਦੇ ਜਾਂ ਜਦ ਤੱਕ ਪੰਜਾਬ ਦੇ ਵਿੱਚ ਬਿਹਤਰ ਹਾਲਤ ਨਹੀਂ ਹੁੰਦੇ, ਪੰਜਾਬ ਦੀ ਖੁਸ਼ਹਾਲੀ ਵੱਲ ਅਸੀਂ ਜਿਹੜੀ ਇੱਕ ਮੰਗ ਲੈ ਕੇ ਚੱਲੇ ਆ, ਬਚਾਉਣ ਦੀ ਮੰਗ ਲੈ ਕੇ ਚੱਲੇ ਆ, ਜੋ ਜਦ ਤੱਕ ਹਾਲਾਤ ਜਿਹੜੇ ਉਹ ਕਾਰਗਰ ਨਹੀਂ ਹੁੰਦੇ ਉਨੀ ਦੇਰ ਤੱਕ ਤੁਸੀਂ ਆਪਣੇ ਐਸ਼ੋ ਆਰਾਮ ਛੱਡ ਕੇ, ਆਪਣੀਆਂ ਗੇਮਾਂ ਛੱਡ ਕੇ ਸੰਘਰਸ਼ਾਂ ਦਾ ਹਿੱਸਾ ਬਣੋ, ਕਿਉਂਕਿ ਜਿੱਡੀ ਵੱਡੀ ਲੋਕ ਲਹਿਰ ਖੜੀ ਕਰਾਂਗੇ ਉਨੀ ਮਤਲਬ ਅਸੀਂ ਛੇਤੀ ਇਸ ਨੂੰ ਕਾਨੂੰਨ ਇਹਨਾਂ ਨੂੰ ਵਾਪਸ ਕਰਾ ਦੇਵਾਂਗੇ। ਕਿਉਂਕਿ ਲੋਕ ਲਹਿਰਾਂ ਅੱਗੇ ਕੁਝ ਨਹੀਂ ਅੜਦਾ ਹੁੰਦਾ ਜੀ। ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਉਹ ਕਿੱਡੀਆਂ ਵੱਡੀਆਂ ਬਿਲਡਿੰਗਾਂ, ਕਿੰਨੀਆਂ ਗੱਡੀਆਂ ਕਰੋੜਾਂ ਦੀਆਂ ਨੇ, ਕਿੰਨੇ ਉਹਨਾਂ ਦੇ ਪੈਸੇ ਲੱਗੇ ਹੋਏ ਨੇ, ਉਹ ਮੈਟਰ ਨਹੀਂ ਕਰਦੀਆਂ। ਉਹ ਫਿਰ ਜਦੋਂ ਲਹਿਰਾਂ ਉੱਠਦੀਆਂ ਸਾਰਾ ਕੁਝ ਰੋੜ ਕੇ ਲੈ ਜਾਂਦੀਆਂ। ਸੋ ਇਹ ਜਿਹੜਾ ਲੋਕ ਲਹਿਰ ਜਦੋਂ ਉੱਠ ਖੜੀ ਤੇ ਇਹਦੇ ਮੂਹਰੇ ਮਤਲਬ ਅੱਜ ਤੱਕ ਇਤਿਹਾਸ ਪੜ੍ਹ ਕੇ ਦੇਖੋ, ਦੁਨੀਆ ਦਾ ਜਦੋਂ ਵੀ ਲੋਕ ਜਾਗੇ ਆ, ਉਹਨਾਂ ਨੇ ਆਪਦੇ ਹੱਕ ਵੀ ਲੈਤੇ ਆ, ਕਾਨੂੰਨ ਰੱਦ ਵੀ ਕਰਾਇਆ ਤੇ ਨਵੇਂ ਵੀ ਬਣਾਏ ਜੀ। ਧੰਨਵਾਦ ਵੀਰ ਜੀ, ਧੰਨਵਾਦ, ਥੈਂਕ ਯੂ ਟਾਈਮ ਦੇਣ ਲਈ। ਹਾਂਜੀ, ਇਹ ਸਨ ਵੀਰ ਜੋ ਕਿ ਬਠਿੰਡੇ ਤੋਂ ਆਏ ਨੇ। ਵੀਰ ਹੈਂਡੀਕੈਪਟ ਨੇ ਪਰ ਫਿਰ ਵੀ ਜੋਸ਼ ਬਰਕਰਾਰ ਆ, ਆਪਣੇ ਹੱਕਾਂ ਲਈ ਖੂਨ ਵਾਲੇ ਮਾਰ ਰਿਹਾ। ਇਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਚਾਹੀਦਾ ਏ ਇੱਕ ਹੋ ਕੇ ਆਪਣੀਆਂ ਗੇਮਾਂ ਹੋਰ ਕੰਮ ਨੇ ਜੋ ਛੱਡ ਕੇ ਆਪਣੇ ਹੱਕਾਂ ਲਈ ਲੜੀਏ, ਇਹਨਾਂ ਇਕੱਠਾਂ ਦਾ ਹਿੱਸਾ ਬਣੀਏ ਤਾਂ ਕਿ ਇਹ ਕਾਲੇ ਕਾਨੂੰਨ ਨੇ ਜੋ ਰੱਦ ਕਰਵਾਏ ਜਾ ਸਕਣ।